ਨਾ ਕੋਈ ਚੋਰ ਮਰਿਆ ਨਾ ਚਿੱਟਾ ਵੇਚਣਾ। ਆਪਣੀ ਕਮੇਟੀਆਂ ਨੇ ਤਾਂ ਮਾਰਿਆ ਨਹੀਂ, ਬੰਦਾ ਤਾਂ ਆਪਣਾ ਹੀ ਮਾਰਿਆ ਨਾ। ਵੀ ਜੇ ਤੁਸੀਂ ਕਹਿੰਦੇ ਵੀ ਅਸੀਂ ਚੈਕਿੰਗ ਨਹੀਂ ਕਰ ਸਕਦੇ, ਫਿਰ ਸਾਡਾ ਕਮੇਟੀਆਂ ਬਣਾਉਣ ਦਾ ਕੀ ਫਾਇਦਾ ਆਪਣਾ। ਲੀਡਰਾਂ ਨੇ ਕੋਈ ਝੂਠ ਮਾਰਨੇ ਹੁੰਦੇ, ਵੋਟਾਂ ਲੈਣੇ ਹੁੰਦੀਆਂ, ਉਦੋਂ ਤੁਸੀਂ ਕਿਉਂ ਕਹਿੰਦੇ ਵੀ ਜਿਹੜਾ ਸਰਪੰਚ ਹੁੰਦਾ ਪਿੰਡ ਦਾ ਮੁੱਖ ਮੰਤਰੀ ਹੈ, ਤੇ ਅਸੀਂ ਫੈਸਲਾ ਨਹੀਂ ਲੈ ਸਕਦੇ ਜਦੋਂ ਸਾਡੇ ਮੁੰਡੇ ਮਰੀ ਜਾਂਦੇ ਮੋਟਰਾਂ ਦੇ ਟੀਕੇ ਲਾ ਲਾ ਕੇ। ਪੰਚਾਇਤ ਕੋਈ ਉਹ ਫੈਸਲਾ ਨਹੀਂ ਲੈ ਸਕਦੀ। ਅਸੀਂ ਤਾਂ ਇਹ ਮਿਸ ਕੇ ਚੱਲੇ ਆ, ਇਹ ਬੀੜਾ ਲੈ ਕੇ ਚੱਲੇ ਆ ਵੀ ਸਾਡੇ ਜਵਾਕਾਂ ਦੀਆਂ ਲਾਸ਼ਾਂ ਚੱਕਣ ਨਾਲੋਂ ਬਿਹਤਰ ਅਸੀਂ ਆਪ ਲਾਸ਼ ਬਣ ਜਾਈਏ, ਸਾਨੂੰ ਮਨਜ਼ੂਰ ਹੈ। ਘਰਾਂ ਤੋਂ ਅਸੀਂ ਕਫਨ ਬੰਨ੍ਹ ਕੇ ਤੁਰੇ ਆ, ਤੇਲੀ ਦੇ ਦਾਨ ਤਨ ਕੇ ਤੁਰੇ ਆ। ਅਸੀਂ ਸਾਡੇ ਤੇ ਭਾਵੇਂ ਪਰਚੇ ਦੇ ਦਿਓ, ਕੁਛ ਮਰਜ਼ੀ ਕਰੋ, ਅਸੀਂ ਆਪਦੇ ਪਿੰਡ ਨਹੀਂ ਰੋਣ ਦੇਣੇ, ਨਾ ਆਪਦੇ ਬੱਚੇ ਮਰਨ ਦੇਣੇ ਆ। ਸਾਡਾ ਇੱਕ ਮਾਂ ਦਾ ਪੁੱਤ ਚਲਿਆ ਗਿਆ, ਇੱਕ ਬੱਚੇ ਦਾ ਪਿਓ ਚਲਿਆ ਗਿਆ ਸਾਡੇ ਕੋਲ ਜਾਨਾਂ ਦੇਣ ਲਈ। ਅਸੀਂ ਵੀ ਖੜੇ ਹਾਂ, ਸਾਡੇ ਨਾਲ ਜਿੰਨੇ ਕਮੇਟੀ ਵਾਲੇ ਅਸੀਂ ਹੋਰ ਖੜੇ ਹਾਂ, ਚਾਹੇ ਜਿੰਨੇ ਮਰਜ਼ੀ ਮਰ ਜਾਈਏ, ਪਰ ਅਸੀਂ ਨਸ਼ੇ ਰਾਹੀਂ ਪੁੱਤ ਨਹੀਂ ਮਰਨੇ। ਜਦੋਂ ਕੋਈ ਲੈਟਰ ਪੈਡ ਨਹੀਂ ਚੱਲਣੀ, ਉਹਦਾ ਮਤਾ ਨਹੀਂ ਚੱਲਣਾ, ਤੇ ਫਿਰ ਤਾਂ ਫਾਇਦਾ ਹੀ ਨਹੀਂ ਪੇਡ ਕਰਾਉਣ ਦਾ। ਅੱਜ ਤੱਕ ਵੀ ਕਿਸੇ ਸਰਪੰਚ ਦੀ ਮੈਂ ਨਹੀਂ ਮੰਨਦਾ ਵੀ ਲੈਟਰ ਪੈਡ ਨਾ ਚੱਲੀ ਹੋਵੇ। ਸਾਰਾ ਕੰਮ ਲੈਟਰ ਪੈਡ ਤੇ ਹੁੰਦਾ ਨਾ, ਤੇ ਲੈਟਰ ਪੈਡ ਤੇ ਹੁਣ ਕੀਤਾ ਸੀ, ਲੀਗਲ ਕੀ ਕਰਤਾ ਵੀ। ਇਸ ਕਤਲ ਦੀ ਦੋਸ਼ੀ ਸਰਕਾਰ ਤੇ ਪ੍ਰਸ਼ਾਸਨ ਹੈ। ਇਹ ਲੋਕਾਂ ਦੀ ਇਹਨਾਂ ਲੜਾਈ ਸੀਗੀ, ਸਰਕਾਰ ਦੀ ਤੇ ਪ੍ਰਸ਼ਾਸਨ ਦੀ, ਲੋਕਾਂ ਦੇ ਗਲ ਪਾਤੀ ਆ। ਸਾਨੂੰ ਹਦਾਇਤਾਂ ਇਹ ਦਿੱਤੀਆਂ ਜਾਂਦੀਆਂ ਵੀ ਕਾਨੂੰਨਨ ਤੌਰ ਤੇ ਅਸੀਂ ਇਹਦੀ ਚੈਕਿੰਗ ਨਹੀਂ ਕਰ ਸਕਦੇ। ਫਿਰ ਜੇ ਕਰ ਨਹੀਂ ਸਕਦੇ, ਫਿਰ ਅਸੀਂ ਬੈਠੇ ਕਾਦੇ ਵਾਸਤੇ? ਇਹ ਲਹਿਰ ਖੜੀ ਹੋ ਗਈ ਆ, ਲਹਿਰ ਕਿਤੇ ਦਬਾਇਆ ਨਹੀਂ ਦਬਦੀ, ਲਹਿਰ ਤੇ ਪਾਸੇ ਪਲਟ ਦਿੰਦੀ ਆ। ਜਦੋਂ ਵੱਡੀਆਂ ਮੁਸੀਬਤਾਂ ਆਉਂਦੀਆਂ ਨਾ, ਉਹਨੂੰ ਲਹਿਰਾਂ ਬੰਨ ਲਾਉਂਦੀਆਂ। ਤੁਹਾਡੇ ਸਾਹਮਣੇ ਦਰਿਆਵਾਂ ਨੂੰ ਬੰਨ ਲਾਤੇ, ਅਸੀਂ ਉਹ ਪੰਜਾਬ ਦੀ ਕੌਮ ਆ ਇਹ। ਤੇ ਜੇ ਮੋਦੀ ਨੂੰ ਦਿੱਲੀ ਤੋਂ ਹਰਾ ਕੇ ਆਈਏ ਤੇ ਪੰਜਾਬ ਹਰਾ ਕੇ ਆਇਆ। ਅੱਜ ਇੱਥੋਂ ਇਹ ਫੇਰ ਸ਼ੁਰੂ ਹੋਈ ਆ ਗੱਲ। ਲੋਕਾਂ ਨੇ ਲੈਟਰ ਪੈਡ ਮੰਨ ਲਓ ਦਿੱਤੀ ਆ, ਠੀਕ ਹੈ, ਉਹ ਸੈਂਟਰ ਗਵਰਨਮੈਂਟ ਦੇ ਦਾਇਰੇ ਦੇ ਵਿੱਚ ਆਉਂਦੀ ਆ, ਲਾਏ ਦੇ ਵਿੱਚ ਆਉਂਦੀ ਆ ਕਿ ਨਹੀਂ ਆਉਂਦੀ ਗ੍ਰਾਮ ਪੰਚਾਇਤ। ਜੇ ਗ੍ਰਾਮ ਪੰਚਾਇਤ ਦੀ ਲੈਟਰ ਪੈਡ ਦੇ ਉੱਤੇ ਮਤਾ ਪਾ ਕੇ ਕਮੇਟੀਆਂ ਨੇ ਗਠਨ ਕੀਤਾਗਾ ਵੀ ਸਾਡੇ ਪਿੰਡ ਦੇ ਵਿੱਚ ਮਾੜੇ ਅਨਸਰ ਜੇ ਕੋਈ ਮਾੜਾ ਕੰਮ ਕਰਦਾ, ਜੇ ਚੋਰ ਆ ਜਾਂ ਕਮੇਟੀਆਂ ਚਿੱਟਾ ਛਡਾਉਂਦੀਆਂ, ਉਹ 'ਚ ਕੋਈ ਗਲਤ ਨਹੀਂ ਕਰ ਰਹੇ, ਉਹ ਕਿਵੇਂ ਨਹੀਂ ਚੱਲ ਰਹੀ ਜੀ? ਸਾਡੀ ਲੈਟਰ ਪੈਡ ਜਿਹੜੀ ਸਰਪੰਚਾਂ ਦੀ ਆ, ਉਹਨੂੰ ਕੋਈ ਸੁਪਰੀਮ ਕੋਰਟ ਹਾਈ ਕੋਰਟ ਚੈਲੰਜ ਨਹੀਂ ਕਰਦੀ, ਠੀਕ ਹੈ। ਫਿਰ ਨੋਕੇ ਦਾ ਇੱਕ ਗੱਲ ਹੋਰ ਆ ਬਈ, ਬੰਦਾ ਤਾਂ ਆਪਣਾ ਮਰਿਆ, ਬੰਦਾ ਤਾਂ ਆਪਣਾ ਹੀ ਮਰਿਆ, ਕੋਈ ਮਾੜਾ ਅਨਸਰ ਤਾਂ ਮਰਿਆ ਨਹੀਂ। ਨਾ ਕੋਈ ਚਿੱਟਾ ਵੇਚਣ ਵਾਲਾ ਮਰਿਆ, ਇੱਕ ਮਿੰਟ, ਨਾ ਕੋਈ ਚੋਰ ਮਰਿਆ ਨਾ ਚਿੱਟਾ ਵੇਚਣਾ। ਆਪਣੀ ਕਮੇਟੀਆਂ ਨੇ ਤਾਂ ਮਾਰਿਆ ਨਹੀਂ, ਬੰਦਾ ਤਾਂ ਆਪਣਾ ਹੀ ਮਾਰਿਆ ਨਾ। ਆਪਾਂ ਇਹੀ ਚੈਲੰਜ ਕਰਨਾ ਵੀ ਜੇ ਤੁਸੀਂ ਕਹਿੰਦੇ ਵੀ ਅਸੀਂ ਚੈਕਿੰਗ ਨਹੀਂ ਕਰ ਸਕਦੇ, ਫਿਰ ਸਾਡਾ ਕਮੇਟੀਆਂ ਬਣਾਉਣ ਦਾ ਕੀ ਫਾਇਦਾ ਆਪਣਾ। ਬਾਈ ਸਾਰੇ ਬਈ ਆਪਾਂ ਕਮੇਟੀਆਂ ਦੇ ਜਿੰਨੇ ਵੀ ਆਪਣੇ ਨੁਮਾਇੰਦੇ, ਆਪਾਂ ਸਾਰਿਆਂ ਨੂੰ ਹੋਰ ਸਾਧਦੇ ਆ। ਇਹ ਆਪਾਂ ਫੈਸਲਾ ਬਾਈ ਚਲੋ ਠੀਕ ਆ, ਅੱਜ ਆਪਣਾ ਭਰਾ ਮਰਿਆ, ਜਸਵੀਰ ਮਰਿਆ ਹਨਾ, ਪਰਿਵਾਰ ਨਾਲ ਅੱਜ ਵੀ ਖੜੇ ਆ। ਜਿੱਥੋਂ ਤੱਕ ਆਪਾਂ ਉਹਨਾਂ ਚਿਰ ਸੰਸਕਾਰ ਨਹੀਂ ਕਰਨਾ ਜਿੰਨਾ ਚਿਰ ਆਪਣੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ। ਦੂਜੇ ਨੰਬਰ ਤੇ ਆਪਾਂ ਉਹਨਾਂ ਚਿਰ ਇੱਥੇ ਬੈਠਾਂਗੇ, ਚਾਹੇ 10 ਦਿਨ ਲੱਗ ਜਾਣ, ਚਾਹੇ ਕੁਛ ਮਰਜ਼ੀ। ਵੀ ਜੇ ਅਸੀਂ ਆਪਦੇ ਪਿੰਡ ਨਹੀਂ ਬਚਾ ਸਕਦੇ, ਪੁੱਤ ਨਹੀਂ ਬਚਾ ਸਕਦੇ, ਫਿਰ ਫਾਇਦਾ ਵੀ ਕੀ ਯਾਰ ਕਮੇਟੀਆਂ ਬਣਾਉਣ ਦਾ ਬਈ ਯਾਰ। ਤੁਹਾਨੂੰ ਇਹ ਗੱਲ ਕਿਹਨੇ ਕਹੀ ਹੈ ਵੀ ਡਿਊਟੀ ਤੇ ਨਹੀਂ ਖੜਨਾ ਜਾਂ ਕੁਛ? ਨਹੀਂ ਡਿਊਟੀ ਨਹੀਂ ਚੈੱਕ ਨਹੀਂ ਕਰ ਸਕਦੇ, ਕਹਿੰਦੇ ਡਿਪਟੀ ਸਾਹਿਬ ਕਹਿੰਦੇ ਆ, ਡਿਪਟੀ ਸਾਹਿਬ ਕਹਿ ਰਹੇ ਆ। ਇੱਕ ਗੱਲ ਦੱਸਿਓ, ਤੁਸੀਂ ਚੈੱਕ ਕਰਨਾ, ਵੈਸੇ ਤੁਹਾਡੀ ਡਿਊਟੀ ਵੀ ਨਹੀਂ, ਮਤਲਬ ਪਿੰਡ ਦੇ ਲੋਕਾਂ ਦੀ ਡਿਊਟੀ ਨਹੀਂ, ਤੇ ਫਿਰ ਪੁਲਿਸ ਡਿਊਟੀ ਕਰ ਰਹੀ ਹੈ। ਫਿਰ ਉਹੀ ਤਾਂ ਹੈ, ਉਹੀ ਉੱਥੇ ਕਹਿੰਦੇ ਆ ਬਾਈ ਮੁਲਾਜ਼ਮ ਘੱਟ ਹੈ, ਉੱਥੇ ਕਹਿੰਦੇ ਜਿਹੜੀ ਲੜਾਈ ਸੀਗੀ ਇਹ ਸਰਕਾਰਾਂ ਦੀ ਤੇ ਪੁਲਿਸ ਦੀ ਸੀ, ਇਹ ਲੋਕਾਂ ਦੇ ਗਲ ਪਾ ਦਿੱਤੀ ਗਈ ਆ। ਔਰ ਜੇ ਅੱਜ ਲੋਕ ਲੜ ਰਹੇ ਆ ਤੇ ਇਹਦੇ ਤੇ ਕਿਸੇ ਨਾ ਕਿਸੇ ਸਾਨੂੰ ਹਦਾਇਤਾਂ ਇਹ ਦਿੱਤੀਆਂ ਜਾਂਦੀਆਂ ਵੀ ਕਾਨੂੰਨਨ ਤੌਰ ਤੇ ਅਸੀਂ ਇਹਦੀ ਚੈਕਿੰਗ ਨਹੀਂ ਕਰ ਸਕਦੇ। ਫਿਰ ਜੇ ਕਰ ਨਹੀਂ ਸਕਦੇ, ਫਿਰ ਅਸੀਂ ਬੈਠੇ ਕਾਦੇ ਵਾਸਤੇ? ਫਿਰ ਇਸ ਚੀਜ਼ ਦਾ ਜਵਾਬ ਪ੍ਰਸ਼ਾਸਨ ਦੇਵੇ, ਜਾਂ ਪ੍ਰਸ਼ਾਸਨ ਸਾਨੂੰ ਉੱਥੇ ਪੁਲਿਸ ਮੁਹੱਈਆ ਕਰਾਵੇ, ਉਹ ਚੈਕਿੰਗ ਕਰੇ। ਮੁਲਾਜ਼ਮ ਗਸ਼ਤ ਕਰਦੇ ਆ, ਪਰ ਜਿਵੇਂ ਬਹੁਤ ਕੋਈ ਕਿਤੇ ਦੂਜੇ ਤੀਜੇ ਦਿਨ ਗੇੜਾ ਵੱਜਦਾ, ਇੱਕ ਕੋਈ ਉਹ ਗਸ਼ਤ ਵਾਲੀ ਗੱਲ ਨਹੀਂ ਬਣਦੀ ਹੈ। ਦੇਖੋ ਇੱਕ ਮਿੰਟ ਜੀ, ਸਾਨੂੰ ਮਾੜਾ ਤਾਂ ਪਤਾ ਨਹੀਂ, ਅਸੀਂ ਮਾੜਾ ਨਹੀਂ ਕਹਿੰਦੇ। ਐਸਐਚਓ ਫੂਲ ਵਧੀਆ, ਸਾਡਾ ਸੰਯੋਗ ਵੀ ਕੀਤਾ, ਬਹੁਤ ਜ਼ਿਆਦਾ ਕੀਤਾ। ਜਿਹੜਾ ਚੰਗਾ ਬੰਦਾ ਉਹਨੂੰ ਛਲਾਉਣਾ ਚਾਹੀਦਾ, ਕੀਤਾ ਕਿ ਨਹੀਂ ਕੀਤਾ? ਸਾਰਿਆਂ ਨੇ ਸੰਯੋਗ ਕਰਦਾ, ਸਾਡਾ ਐਸਐਚਓ ਪੂਰਾ ਵਧੀਆ ਸੰਯੋਗ ਕਰਦਾ। ਲੇਕਿਨ ਮੈਂ ਪਰਸੋਂ ਦੀ ਤੁਹਾਨੂੰ ਗੱਲ ਦੱਸਦਾ, ਅਸੀਂ ਕੋਈ ਭਾਈ ਰੁਪਏ ਦੇ ਮੁੰਡੇ ਨੰਬਰ ਪਲੇਟਾਂ ਥਾਣੇ ਦੇ ਵਿੱਚੋਂ ਗਿਆ ਜੀ ਮੋਟਰਸਾਈਕਲ, ਉਹਦੇ ਨੰਬਰ ਪਲੇਟਾਂ ਵੀ ਹੈ ਨਹੀਂ, ਕਾਗਜ਼ ਵੀ ਹੈ ਨਹੀਂ, ਨੰਗੇ ਪਿੰਡੇ ਉਹਨਾਂ ਦੇ ਜਾਂਦੇ, ਅਸੀਂ ਰੋਕ ਲਏ ਜੀ, ਠੀਕ ਹੈ। ਉਸ ਤੋਂ ਬਾਅਦ ਦੇ ਵਿੱਚ ਜੀ ਦੇਖੋ, ਮੈਂ ਫੋਨ ਕੀਤਾ ਵੀ ਥਾਣੇ ਦੇ ਵਿੱਚ ਜੀ ਕੋਈ ਮੁਲਾਜ਼ਮ ਭੇਜ ਦਿਓ, ਅਸੀਂ ਮੋਟਰਸਾਈਕਲ ਬਗੈਰ ਨੰਬਰ ਹੀ ਫੜਿਆ ਤੇ ਉਹਨੂੰ ਤੁਸੀਂ ਆ ਕੇ ਲੈ ਜਾਓ। ਸਾਡੇ ਤਾਂ ਮੁਲਾਜ਼ਮ ਹੈ ਨਹੀਂ, ਤੁਸੀਂ ਰੱਖ ਲਓ ਮੋਟਰਸਾਈਕਲ ਇੱਥੇ। ਉਹਦਾ ਤਾਂ ਮਤਲਬ ਤਾਂ ਸਾਡਾ ਭੇਡ ਕਰਾਉਣ ਦੀ ਹੈ ਨਾ। ਜੇ ਕੋਈ ਮੰਨ ਲਓ ਉਹ ਮੋਟਰਸਾਈਕਲ ਵਾਲੇ ਕਹਿਣ ਵੀ ਤੁਸੀਂ ਕਿਹੜੇ ਦੌਰ ਤੇ ਰੱਖਿਆ ਸਾਡਾ ਮੋਟਰਸਾਈਕਲ, ਅਸੀਂ ਤਾਂ ਰੱਖਿਆ ਵੀ ਸਾਡੇ ਨਾਲ ਜੇ ਕੋਈ ਨੰਬਰ ਪਲੇਟ ਮੋਟਰਸਾਈਕਲ ਦੇ ਹੈ ਨਹੀਂ, ਸਾਡੇ ਕੋਈ ਮੁੰਡੇ ਦੇ ਫਾਇਰ ਮਾਰ ਜੇ, ਜਿਵੇਂ ਆ ਘਟਨਾ ਹੋ ਗਈ ਰਾਤ ਹੈ ਨਾ, ਤੇ ਅਸੀਂ ਉਹਨੂੰ ਚੈੱਕ ਕਿਵੇਂ ਕਰਾਂਗੇ? ਕਿਹੜੇ ਕੈਮਰੇ 'ਚ ਦੇਖਾਂਗੇ ਜਦੋਂ ਕੁਝ ਵਹੀਕਲ ਦੇ ਲੱਗੇ ਹੀ ਨਹੀਂ, ਨੰਬਰ ਪਲੇਟ ਹੀ ਨਹੀਂ ਲੱਗੀ ਕੋਈ, ਫਿਰ ਚੈੱਕ ਵੀ ਕਿਵੇਂ ਕਰਾਂਗੇ? ਉਹ ਕਿਹਦਾ ਕੰਮ ਆ ਜੀ? ਉਹ ਕਿਹਦਾ ਕੰਮ ਆ? ਉਹ ਪ੍ਰਸ਼ਾਸਨ ਦਾ ਕੰਮ ਆ ਨਾ। ਦੇਖੋ ਜੀ, ਅੱਜ ਜਿਹੜੇ ਮਸਲੇ ਤੇ ਖੜੇ ਆ ਸੀ, ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਸਾਡੀ ਚੇਤਾਵਨੀ ਹੈ ਸਖਤ, ਠੀਕ ਹੈ ਜੀ, ਵੀ ਇਹ ਕੰਮ ਸਰਕਾਰਾਂ ਦੇ ਸੀ। ਇਸ ਮਸਲੇ ਤੇ, ਚਿੱਟੇ ਦੇ ਨਸ਼ੇ ਤੇ ਮਸਲੇ ਤੇ ਕਾਲੀ ਸਰਕਾਰ ਗਈ, ਲੋਕਾਂ ਨੇ ਇਸ ਤਰ੍ਹਾਂ ਪਿੱਛੇ ਕੀਤੀ ਵੀ ਜਿਹੜੀ ਮੁੜ ਕੇ ਆਉਣ ਦੀ ਉਮੀਦ ਹੀ ਨਹੀਂ ਰਹੀ। 4 ਹਫ਼ਤਿਆਂ ਦੀ 4 ਮਹੀਨਿਆਂ ਦੀ ਕੈਪਟਨ ਸਹੁੰ ਖਾ ਕੇ ਆਇਆ ਸੀਗਾ, ਉਹਨੇ ਕੁਛ ਨਹੀਂ ਕੀਤਾ, ਇਸ ਨਸ਼ੇ ਨੂੰ ਵਧਾਇਆ। ਅੱਜ ਉਹ ਉੱਥੇ ਗਿਆ ਜਿੱਥੋਂ ਮੁੜ ਕੇ ਆਉਣ ਵਾਲੇ ਨਹੀਂ ਹੈ। ਆਹ ਤੀਜੀ ਪਾਰਟੀ ਨਸ਼ਿਆਂ ਦੇ ਨਾਂ ਤੇ, ਬਦਲਾਅ ਦੇ ਨਾਂ ਤੇ ਦਾਅਵੇ ਕਰਕੇ ਆਈ ਸੀਗੀ, ਵਾਅਦੇ ਕਰਕੇ। ਅੱਜ 1.5 ਤੋਂ ਪੌਣੇ 2 ਸਾਲ ਹੋ ਗਏ, ਨਸ਼ੇ ਵੱਧ ਗਏ, ਤਸਕਰਾਂ ਦੇ ਹੌਸਲੇ ਬੁਲੰਦ ਹੋ ਗਏ ਵੀ ਆਹ ਥੋੜੇ 2 ਮਹੀਨਿਆਂ ਦੇ ਵਿੱਚ 2 ਬੰਦੇ ਤਾਂ ਮਾਰ ਗਏ। ਕੀ ਮੁੰਡਾ ਮਰ ਗਿਆ ਰਾਤ ਸਾਡਾ, ਇੱਕ ਪਿੱਛੇ ਢਿੱਲਵਾਂ ਜਿਹੜਾ ਫਿਰੋਜ਼ਪੁਰ 'ਚ ਗੋਲੀ ਮਾਰੀ ਆ, ਉਹ ਮਾਰਿਆ। ਇਹ ਨਿੱਤ ਦੇ ਇਹਨਾਂ ਦੇ ਹੌਸਲੇ ਹੋ ਰਹੇ ਆ। ਇਹਦੇ ਤੇ ਸਰਕਾਰ ਸਮਝੀਏ, ਅੱਜ ਦਾ ਫੈਸਲਾ ਜਿਹੜਾ ਸਾਡੀਆਂ ਮੰਗਾਂ ਹੈ
ਅਸੀਂ ਉਹਦੇ 'ਚ 2-3 ਮੰਗਾਂ ਰੱਖੀਆਂ ਵੀ ਇੱਕ ਤਾਂ ਜਿਹੜਾ ਸਾਡੇ ਬੰਦੇ ਦਾ ਕਤਲ ਹੋਇਆ ਜੀ ਉਹ ਬੰਦੇ ਤਾਂ ਹੈ ਹੀ ਹੈ, ਉਹ ਕਿਹਨੇ ਭੇਜਿਆ ਤੇ ਕਿੱਥੋਂ ਆਏ ਆ, ਉਹ ਨਾਲ ਇਨਵੋਲਵ ਹੋਣੇ ਚਾਹੀਦੇ ਇਸ ਕੇਸ 'ਚ। ਦੂਜਾ ਅਸੀਂ ਬੱਚੇ ਦੇ ਵਾਸਤੇ ਪਰਿਵਾਰ ਵਾਸਤੇ ਮੁਆਵਜ਼ਾ ਮੰਗਿਆ ਵੀ ਘੱਟੋ ਘੱਟ 15 ਲੱਖ ਪਰਿਵਾਰ ਨੂੰ ਤੇ 10 ਲੱਖ ਬੱਚੇ ਦੇ ਨਾ ਹੋਵੇ, ਬੱਚਾ ਹਜੇ 12-14 ਸਾਲ ਦਾ ਹੈ, ਉਹਦੀ ਪੜ੍ਹਾਈ ਸਰਕਾਰ ਫ੍ਰੀ ਕਰੇ। ਇਹ ਸਾਡੀਆਂ ਮੰਗਾਂ ਅੱਜ ਦੀਆਂ ਨਾਲ। ਤੇ ਜੇ ਇਹ ਨਹੀਂ ਕਰਦੀ ਅਸੀਂ ਉਨੀ ਦੇਰ ਨਾ ਤਾਂ ਪੋਸਟਮਾਰਟਮ ਕਰਵਾਈਏ, ਨਾ ਅਸੀਂ ਸੰਸਕਾਰ ਕਰੀਏ, ਫਿਰ ਅਸੀਂ ਘਰਾਓ ਕਰਾਂਗੇ ਥਾਣੇ ਦਾ ਹੀ ਪਹਿਲਾਂ। ਠੀਕ ਹੈ ਜੀ। ਕਿਉਂਕਿ ਅਸੀਂ ਸੜਕਾਂ ਨਹੀਂ ਘੇਰਨੀਆਂ, ਸੜਕਾਂ 'ਚ ਸਾਡੀ ਪਬਲਿਕ ਪਰੇਸ਼ਾਨ ਹੁੰਦੀ ਹੈ, ਅਸੀਂ ਲੋਕਾਂ ਨੂੰ ਇਸ ਤਰ੍ਹਾਂ ਪਰੇਸ਼ਾਨ ਨਹੀਂ ਕਰਨਾ, ਬੋਦਰੇਸ਼ਨ ਨਹੀਂ ਦੇਣੀ। ਅਸੀਂ ਇੱਥੇ ਥਾਣੇ ਦਾ ਹੀ ਘਰਾਓ ਕਰਾਂਗੇ। ਇਹਦੇ ਨਾਲ ਸਾਡੇ 2 ਮਸਲੇ ਹੋਰ ਵੀ ਹੈ। ਇਹ ਪ੍ਰਸ਼ਾਸਨ ਨੂੰ ਅਸੀਂ ਮੌਕੇ ਦੇ ਜਿਹੜੇ MLA ਆ ਜਾਂ ਸਾਡੀਆਂ ਸਰਕਾਰਾਂ ਉਹ ਧਿਆਨ ਦੇਣ ਇਸ ਗੱਲ ਤੇ ਵੀ ਇੱਕ ਮਸਲਾ ਇਹ ਹੋ ਗਿਆ, ਇੱਕ ਥੋੜੇ ਦਿਨ ਪਹਿਲਾਂ ਦਾ ਸੰਧੂ ਕਲਾਂ ਦਾ ਵੀ ਇੱਕ ਲੜਾਈ 'ਚ ਕੋਈ ਬਲੈਕੀਆ ਬੰਦਾ ਹੈ, ਸੰਧੂ ਖੁਰਦਾ ਬਲੈਕੀਆ ਬੰਦਾ ਹੈ, ਉਹਨੇ ਆਪੇ ਉਹ ਘੱਟੋ ਘੱਟ 10 ਵਾਰੀ ਬੰਦਿਆਂ ਨਾਲ ਸਾਡੇ ਨਾਲ ਉਲਝ ਚੁੱਕਿਆ। ਉਲਝਣ ਤੋਂ ਬਾਅਦ ਜਦੋਂ ਮਤਲਬ ਜ਼ਿਆਦਾ ਹੱਥੋਂ ਪਾਈ ਤੱਕ ਹੋਈ ਤੇ ਉਹਨੇ ਕੋਈ ਮੈਡੀਕਲ ਵਗੈਰਾ ਕਰਾ ਕੇ ਉਹ ਮਤਲਬ ਸਾਡੇ ਤੇ ਪਰਚਾ ਕਰਾਉਣ ਲਈ ਤਿਆਰ ਹੈ। ਉਹਦੇ ਤੇ ਵੀ ਹਜੇ ਢਲਮਲ ਚੱਲ ਰਹੀ ਹੈ। ਉਸ ਤੋਂ ਬਾਅਦ ਮੰਡੀ ਕਲਾਂ ਦੇ ਵਿੱਚ ਇਸ ਤਰ੍ਹਾਂ ਹੀ ਲੜਾਈ ਹੋਈ, ਉਹ ਬੰਦੇ ਦੇ ਉੱਤੇ 24 ਪਰਚੇ ਦਰਜ ਹੈ, ਚੋਰੀਆਂ ਦੇ ਤੇ 28 ਨਸ਼ਿਆਂ ਦੇ। ਔਰ ਉਸ ਬੰਦੇ ਦੀ TDR ਗਵਰਨਮੈਂਟ ਰੱਖੀ, ਪ੍ਰਸ਼ਾਸਨ ਰੱਖੀ ਬੈਠਾ ਵਾਲਿਆਂ ਵਾਲੀ ਥਾਣੇ ਦੇ ਵਿੱਚ। ਉਹ ਸਾਡੇ ਬੰਦਿਆਂ ਨੂੰ ਇਨਵੋਲਵ ਕੀਤਾ ਜਾ ਰਿਹਾ ਕਿ ਇਹਨਾਂ ਨੇ ਮਤਲਬ ਕੁੱਟਮਾਰ ਕੀਤੀ ਆ। ਜਿਹੜੇ ਬੰਦੇ ਤੇ 28 ਪਰਚੇ ਆ, ਕੀ ਗੱਲ ਉਹ ਗਵਰਨਮੈਂਟ ਆ ਜਾਂ ਪ੍ਰਸ਼ਾਸਨ ਕਿਉਂ ਨਹੀਂ ਧਿਆਨ ਦੇ ਰਿਹਾ? ਉਹ ਸਾਡਾ ਮਸਲਾ ਕੱਲ ਨੂੰ ਅਸੀਂ 11 ਵਜੇ ਮੋੜ ਚੌਂਕ ਜਾਮ ਕਰਨ ਦਾ ਸੀਗਾ, ਪਰ ਹੁਣ ਸਾਨੂੰ ਅੱਜ ਕੋਈ ਮਤਲਬ ਇਮੀਡੀਏਟਲੀ ਫੈਸਲਾ ਲੈਣਾ ਪੈਣਾ ਵੀ ਜੇ ਇਹਦੇ ਨਾਲ ਹੀ ਅਸੀਂ ਜੋੜ ਕੇ ਉਹਨੂੰ ਹੋ ਸਕਦਾ ਇੱਕ ਥਾਂ ਹੀ ਅਸੀਂ ਇਹ ਮੋਰਚਾ ਇਕੱਠਾ ਕਰ ਲਈਏ। ਹਜੇ ਉਹ ਤਾਂ ਕੋਈ ਗੱਲ ਨਹੀਂ ਹੋਈ 11 ਵਾਲੀ ਦੀ। 11 ਨੂੰ 11 ਵਜੇ ਰਾਮਪੁਰੇ ਚੌਂਕ ਦੇ ਵਿੱਚ ਜਿਹੜਾ ਮੋੜ ਰੋਡ ਜਾਮ ਕਰਨ ਦੀ ਸੀ, ਵੱਡਾ ਹਾਈਵੇ। ਜਿਹੜੇ ਮੁੰਡੇ ਦੀ ਡੈਥ ਹੋਈ ਹੈ ਇਹਦੇ ਪਰਿਵਾਰ 'ਚ ਕੌਣ ਸੀ ਤੇ ਕਿਹੋ ਜਿਹਾ ਕਿਸਾਨ ਇਹਦੇ ਸੀ? ਪਰਿਵਾਰ 'ਚ ਇਹਦਾ ਭਰਾ ਹੈਗਾ ਜਗਸੀਰ ਸਿੰਘ ਹੈ ਤੇ ਇਹਦਾ ਇੱਕ ਛੋਟਾ ਬੱਚਾ ਹੈ, ਇਹਦੀ ਘਰ ਵਾਲੀ ਪਹਿਲਾਂ ਹੀ ਨਹੀਂ ਹੈ, ਇਹਦਾ ਛੋਟਾ ਬੱਚਾ ਹੈ ਤੇ ਉਹ ਜਗਸੀਰ ਸਿੰਘ ਦੀ ਮਤਲਬ ਹੁਣ ਜ਼ਿੰਮੇਵਾਰੀ ਬਣ ਗਈ ਹੈ, ਉਹੀ ਉਹਨੂੰ ਸੰਭਾਲੂਗਾ। ਮੁੰਡਾ ਇੱਕ ਵਾਰ ਚਲੋ ਪਤਾ ਗੱਲ ਰੱਖਿਆ ਵੀ ਇੱਕ ਵਾਰ ਮੁੰਡਾ ਅਨਾਥ ਹੋ ਗਿਆ ਜੀ ਬੱਚਾ। ਹਾਂ ਅਨਾਥ ਹੋ ਗਿਆ। ਹਾਂ ਬਿਲਕੁਲ ਜੀ ਬਿਲਕੁਲ। ਉਹਦਾ ਭਰਾ ਜਗਸੀਰ ਸਿੰਘ ਹੈ ਜਿਹੜਾ, ਉਹੀ ਹੁਣ ਇਹਦੀ ਇੱਕ ਮਤਲਬ ਇੱਕ ਇਹੋ ਜਿਹੇ ਪਰਿਵਾਰ 'ਚੋਂ ਸੀ, ਮਤਲਬ ਜ਼ਮੀਨ ਜਾਇਦਾਦ ਪੱਖੋਂ ਕਿਹੋ ਜਿਹਾ? ਦਰਮਿਆਨਾ ਪਰਿਵਾਰ ਹੈ ਜੀ ਬਿਲਕੁਲ। ਹਾਂ ਸਿੰਪਲ ਪਰਿਵਾਰ ਜਿਹੜੇ ਗਰੀਬ ਕਿਸਾਨ ਸੀ ਜਾਨੀ। ਬਿਲਕੁਲ ਗਰੀਬ ਕਿਸਾਨ ਹੈ। ਸਿੰਪਲ ਸੀਗਾ ਜੀ। ਮਤਲਬ ਇਹ ਵੀ ਅੱਜ ਸਾਡੀ ਜਿਹੜੀ ਮੰਗ ਹੈ ਜੀ ਮੇਨ ਇਹ ਹੈ ਵੀ ਸਾਡਾ ਬੱਚਾ ਤਾਂ ਗਿਆ ਸਾਡੇ ਕੋਲੋਂ, ਭਰਾ ਸਾਡਾ, ਪਰ ਜੇ ਅੱਜ ਸਾਨੂੰ ਇਸ ਚੀਜ਼ ਤੇ ਜਿਹੜਾ ਸਾਡਾ ਮੁਆਵਜ਼ਾ ਉਹ ਕਾਤਲ ਬੰਦਿਆਂ ਦੇ ਨਾਲ ਸਾਜ਼ਿਸ਼ ਕਰਤਾ ਦੂਸਰਾ, ਤੇ ਇਹ ਜੇ ਨਹੀਂ ਹੁੰਦੇ ਤਾਂ ਅਸੀਂ ਉਨੀ ਦੇਰ ਇੱਥੇ ਬੈਠੇ ਆ। ਦੂਸਰੀ ਗੱਲ ਜਿਹੜੀ ਸਾਨੂੰ ਪ੍ਰਸ਼ਾਸਨ ਮਤਲਬ ਗੱਲੀ ਬਾਤ ਇਹ ਗੱਲ ਕਰ ਰਿਹਾ ਵੀ ਚੈਕਿੰਗ ਦੀ, ਫਿਰ ਚੈਕਿੰਗ ਦਾ ਪ੍ਰਸ਼ਾਸਨ ਤੇ ਸਰਕਾਰ ਜਵਾਬ ਦੇ ਵੀ ਕੀ ਕਰ ਰਹੀ ਆ। ਜਿੰਨੀ ਦੇਰ ਤੱਕ ਪ੍ਰਸ਼ਾਸਨ ਦੇਖੋ, ਜੇ ਕਰੋਨਾ ਆਇਆ 3 ਕਰੋੜ ਲੋਕ ਇਹਨਾਂ ਨੇ ਘਰਾਂ 'ਚ ਵੜਤੇ, ਪ੍ਰਸ਼ਾਸਨ ਕਿੱਥੋਂ ਆ ਗਈ ਪੁਲਿਸ ਉਦੋਂ? ਕਿਸੇ ਵੀ ਬੰਦੇ ਨੇ ਘਰੋਂ ਨਿਕਲਣਾ ਜਾਇਜ਼ ਵਾਜਬ ਨਹੀਂ ਸਮਝਿਆ ਵੀ ਅੰਦਰ ਰਹੇ ਸਾਰੇ। ਅੱਜ ਪ੍ਰਸ਼ਾਸਨ ਕਿੱਥੇ, ਅੱਜ ਪੁਲਿਸ ਕਿੱਥੇ, ਅੱਜ ਇਹਨਾਂ ਦੀ ਬੜੀ ਜੀ ਮਤਲਬ ਕੁਆਂਟੀਟੀ ਕਿਉਂ ਨਹੀਂ ਹੈ ਇਹਨਾਂ ਕੋਲੇ ਰੋਕਣ ਵਾਸਤੇ? ਆ ਥੋੜੇ ਦਿਨ ਪਹਿਲਾਂ ਚੰਡੀਗੜ੍ਹ ਨੂੰ ਕਿਸਾਨ ਜਾਣ ਲੱਗੇ ਸੀ, ਇਹਨਾਂ ਨੇ ਇੱਥੋਂ ਨਹੀਂ ਟੱਪਣ ਦਿੱਤੇ, ਸਾਰੇ ਫੜ ਕੇ ਜੇਲ੍ਹਾਂ 'ਚ ਸੁੱਟਤੇ, ਉਹਦੇ ਪੁਲਿਸ ਕਿੱਥੋਂ ਆ ਗਈ? ਇੱਕ ਬਾਈ ਪਿਛਲੇ ਦਿਨਾਂ ਦੇ ਵਿੱਚ ਵੀਡੀਓ ਆਉਂਦਾ ਪੰਜਾਬ ਦੇ ਮੁੱਖ ਮੰਤਰੀ ਦਾ, ਉਹ ਅੰਕੜਾ ਪੇਸ਼ ਕਰਦੇ ਆ ਵੀ ਅਸੀਂ ਇੰਨਾ ਫੜ ਲਿਆ, ਆਹ ਹੋ ਗਿਆ। ਹੁਣ ਬਹੁਤ ਸਾਰੇ ਪੰਜਾਬ ਦੇ ਜਿਹੜੇ ਕਲਾਕਾਰ ਆ ਜਾਂ ਫਿਲਮਾਂ ਵਾਲੇ ਐਕਟਰ ਆ, ਉਹ ਵੀ ਇੱਕ ਵੀਡੀਓ ਪਾ ਰਹੇ ਆ ਵੀ ਸਰਕਾਰ ਜਿਹੜੀ ਨਸ਼ੇ ਦੇ ਖਿਲਾਫ ਆ ਇੱਕ ਮੁਹਿੰਮ ਚਲਾ ਰਹੀ ਆ। ਤੁਸੀਂ ਉਹਦੇ ਨਾਲ ਸੈਟੀਸਫਾਈ ਨਹੀਂ, ਮਤਲਬ ਵੀ ਉਹ ਜੋ ਚੀਜ਼ ਸਫਾਈ ਹੁੰਦੀ ਤੇ ਸਾਨੂੰ ਸੜਕਾਂ ਦੇ ਲੋਕਾਂ ਨੂੰ ਚਾਹ ਨਹੀਂ ਆ। ਦੇਖੋ ਸਾਰੇ ਕੰਮਕਾਰ ਕਰਨ ਵਾਲੇ ਆ, ਦਿਨੇ ਕੰਮ ਧੰਦੇ ਕਰਦੇ ਆ। ਸਾਡੇ ਨੌਜਵਾਨ ਬੱਚੇ ਜਿਹੜੇ ਪੜ੍ਹ ਰਹੇ ਆ ਯੂਨੀਵਰਸਿਟੀਆਂ ਦੇ ਆ ਜਾਂ ਕਾਲਜਾਂ ਦੇ ਆ ਜਾਂ ਕੋਈ ਆਪਣੀ ਮਿਹਨਤ ਕਰ ਰਹੇ ਆ, ਜਿਨ੍ਹਾਂ ਨੇ ਆਪਣਾ ਫਿਊਚਰ ਬਣਾਉਣਾ, ਉਹ ਸਾਡੇ ਨਾਲ ਰਾਤ ਨੂੰ 1-1 ਵਜੇ 2-2 3-3 ਵਜੇ ਤੱਕ ਸੜਕਾਂ ਤੇ ਖੜੇ ਆ। ਦਿਨੇ ਗਸ਼ਤ ਕਰਕੇ ਪਿੰਡ ਦੇ ਵਿੱਚ ਚਿੱਟਿਆਂ ਦੇ ਮਗਰ ਮੂਹਰੇ ਭੱਜੇ ਫਿਰਦੇ ਆ। ਤੇ ਇਹ ਸਾਡੀ ਲੜਾਈ ਥੋੜੀ ਸੀ, ਪ੍ਰਸ਼ਾਸਨਾਂ ਦੀ ਲੜਾਈ ਸੀ। ਇੱਕ ਗੱਲ ਹੋਰ ਆ ਜੀ, ਪ੍ਰਸ਼ਾਸਨ ਨੂੰ ਪਤਾ ਨਹੀਂਗਾ ਜੀ ਹੈਵੀ ਕਵਰੀ ਕਿੰਨੀ ਹੈ, ਸਰਕਾਰ ਨੂੰ ਨਹੀਂ ਪਤਾ ਜੀ। 250 ਗ੍ਰਾਮ ਹੈਵੀ ਕਵਰੀ ਰੱਖੀ ਬੈਠੇ ਹੋ ਤੁਸੀਂ, ਤੁਹਾਨੂੰ ਪਤਾ ਨਹੀਂ ਇਸ ਚੀਜ਼ ਦਾ। ਭਗਵੰਤ ਮਾਨ ਨੂੰ ਅਸੀਂ ਕਹਿਣਾ ਚਾਹੁੰਦੇ ਆ, ਚਲੋ ਜਿਹੜੇ ਬਾਕੀ ਸੀ ਉਹ ਤਾਂ ਗਏ ਗੁਜਰੇ, ਤੁਸੀਂ ਚਿੱਟੇ ਦੇ ਮੁੱਦੇ ਤੇ ਮੰਨ ਲਓ ਸਿਆਸਤ ਕਰ ਰਹੇ ਹੋ ਤੇ ਤੁਹਾਨੂੰ ਪਤਾ ਨਹੀਂਗਾ 250 ਗ੍ਰਾਮ ਹੈਵੀ ਕਵਰੀ ਕਿਹੜੀ 250 ਹੈਵੀ ਕਵਰੀ ਕਿੰਨੇ ਪਿੰਡ ਖਤਮ ਕਰ ਦੂ? ਇੱਕ 50 ਗ੍ਰਾਮ ਕਿੰਨੇ ਪਿੰਡ ਖਤਮ ਕਰ ਦੂਗਾ? ਇੱਕ ਮਾੜਾ ਤਸਕਰ ਤਾਂ ਇਹਨੇ ਰੱਖ ਹੀ ਨਹੀਂ ਸਕਦਾ। ਅਸੀਂ ਤਾਂ ਉਹਨਾਂ ਨੂੰ ਬਿੱਟਾਂ ਦੇ ਵਿੱਚ ਹੀ ਫੜ ਰਹੇ ਹਾਂ ਤੇ ਹੈਵੀ ਕਵਰੀ ਹੈ ਨਹੀਂ ਤੇ ਘੰਟੇ 'ਚ ਆ ਜਾਂਦਾ ਘਰੇ ਉਹ। ਇੱਕ ਜਿਹੜੇ ਕਲਾਕਾਰ ਪਾਈ ਜਾਂਦੇ ਆ ਨਾ ਪੋਸਟਾਂ, ਰਤਨ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਬਾਈ ਸਾਡੇ ਨਾਲ ਕਵਰੇਜ ਕਰਦਿਆਂ ਨੂੰ? ਐਦੋਂ ਪਹਿਲਾਂ 52 ਪਿੰਡਾਂ ਦੀਆਂ ਕਮੇਟੀਆਂ ਬਣਾਤੀਆਂ ਤੇ ਅੱਜ ਵੀ 5-7 ਪਿੰਡਾਂ ਦੀਆਂ ਕਮੇਟੀਆਂ ਦਾ ਅੱਜ ਗਠਨ ਕਰਨਾ ਸੀ, ਪਰ ਬਾਈ ਸਾਰੇ ਕੰਮ ਤਾਂ ਦੇਖਿਆ ਕਮੇਟੀਆਂ ਛੱਡ ਕੇ ਅੱਜ ਬਹੁਤ ਵੱਡਾ ਸਾਨੂੰ ਘਾਟਾ ਪਿਆ, ਕਿਉਂਕਿ ਸਾਡੇ ਪਰਿਵਾਰ ਆ ਬਾਈ, ਸਾਡੀਆਂ ਕਮੇਟੀਆਂ ਜਿਹੜਾ ਵੀ ਸਾਡੇ ਪਰਿਵਾਰ ਆ ਬਾਈ, ਆਪਦੇ ਅਸੀਂ ਪਰਿਵਾਰ ਨਾਲ ਅੱਜ ਸਾਨੂੰ ਪਹਿਲ ਦਿੱਤੀ ਆ। ਕੋਈ ਗੱਲ ਨਹੀਂ, ਕਮੇਟੀਆਂ ਬਣਾਉਣੀਆਂ ਵੀ ਜ਼ਰੂਰੀ ਆ, ਪਰ ਜਿੱਥੋਂ ਤੱਕ ਪ੍ਰਸ਼ਾਸਨ ਦੀ ਅਣਗਹਿਲੀ ਇਹ ਗੱਲ ਸੁਣਨ 'ਚ ਵਿੱਚ ਆਉਣੀ, ਯਾਰ ਬਾਈ ਜਿਹੜੇ ਬੰਦਿਆਂ ਦੇ ਵਿੱਚ ਹੁਣ ਕਮੇਟੀਆਂ ਬਣਾਵਾਂਗੇ ਉਹ ਫਿਰ ਸਾਡੇ ਨਾਲ ਕਿਵੇਂ ਜੁੜਨਗੇ ਜਿੱਥੋਂ ਆਪਾਂ ਚੈੱਕ ਹੀ ਨਹੀਂ ਕਰ ਸਕਦੇ, ਜਾਂ ਉਹਨਾਂ ਨੂੰ ਮਾੜੀ ਮੋਟੀ ਬਾਈ ਘੂਰ ਕੱਪੇ ਤੋਂ ਬਿਨਾਂ ਤਾਂ ਕੁਛ ਮੰਨਦੇ ਵੀ ਨਹੀਂ। ਜਦੋਂ ਮੰਨਦੇ ਆ, ਜਦੋਂ ਖੁਦ ਇਹਨਾਂ ਨੂੰ ਫਿਰ ਵੀਡੀਓ ਨਸ਼ਰ ਕਰਦੇ ਆ ਵੀ ਆਹ ਕੁਛ ਇਹਨਾਂ ਤੋਂ ਮਿਲਦਾਗਾ, ਫਿਰ ਇਹ ਬੋਲਦੇ ਕਿਉਂ ਨਹੀਂ? ਉੱਥੇ ਫਿਰ ਉਹੀ ਤਾਂ ਗੱਲ ਆ, ਫਿਰ ਜੇ ਆਪੋ ਤਾਂ ਆਪ ਫੜ ਲੈਂਦੇ। 52 ਪਿੰਡਾਂ ਦੇ ਵਿੱਚ ਬਾਈ ਕਦੇ ਚੋਰੀ ਨਹੀਂ ਹੋਈ, ਹੁਣ 2-2.5 ਮਹੀਨੇ ਹੋ ਗਏ ਕਦੇ ਚੋਰੀ ਨਹੀਂ ਹੋਈ। ਕਦੇ ਕੋਈ ਮੰਨ ਕੇ ਚਲੋ ਕੋਈ ਗੈਰ ਬੰਦਾ ਰਿਸ਼ਤੇਦਾਰ ਵੀ ਹੁਣ ਝਿਜਕਦਾ ਗਾ ਵੀ ਯਾਰ ਰਾਤ ਨੂੰ ਆਪਾਂ ਕੀ ਲੈਣ ਜਾਣਾ, ਕਿਉਂਕਿ ਟਾਈਮ ਸਿਰ ਲੋਕ ਆਉਂਦੇ ਆ, ਟਾਈਮ ਸਿਰ ਜਾਂਦੇ ਆ।
ਅਸੀਂ ਤਾਂ ਬਈ ਆਪਦਾ ਫਰਜ਼ ਨਿਭਾਈ ਜਾਂਦੇ ਆ ਵੀ ਪ੍ਰਸ਼ਾਸਨ ਨੂੰ ਵੀ ਹੱਕ ਬਣਦਾ ਵੀ ਆਪਦਾ ਫਰਜ਼ ਨਿਭਾਵੇ। ਤੁਹਾਡਾ ਕੰਮ ਨਹੀਂ ਗਾ ਇਹ। ਸਾਡਾ ਕੰਮ ਕਿਉਂ ਆ ਬਈ? ਅਸੀਂ ਖੁਦ ਆਪ ਦੁਕਾਨਦਾਰੀਆਂ ਵਾਲੇ ਆ, ਅਸੀਂ ਸਪੋਰਟਸ ਨਾਲ ਜੁੜੇ ਹੋਏ ਆ। ਅਸੀਂ ਸਾਡੇ ਕੰਮ ਨਹੀਂ ਹੈਗੇ, ਬੱਚੇ ਨਹੀਂ ਪਾਲਣੇ ਅਸੀਂ ਕੰਮ ਵੀ ਕਰਨਾ, ਆਪਦਾ ਕੰਮ ਛੱਡੀ ਬੈਠੇ ਆ। 1 ਮਿੰਟ ਆਪਦਾ ਕੰਮ ਨਹੀਂ ਕੀਤਾ। ਖਾਸ ਕਰ ਡਿਪਟੀ ਸਾਹਿਬ ਨੂੰ, ਖਾਸ ਕਰ ਹੀ ਡਿਪਟੀ ਸਾਹਿਬ ਨੂੰ ਸਾਡੀ ਅਪੀਲ ਆ ਵੀ ਜਿਹੜੇ ਤੁਸੀਂ ਬਿਆਨ ਦੇ ਰਹੇ ਹੋ ਵੀ ਤੁਸੀਂ ਚੈਕਿੰਗ ਨਹੀਂ ਕਰ ਸਕਦੇ, ਸਰ ਸਾਨੂੰ ਕੰਪੈਲ ਨਾ ਕੀਤਾ ਜਾਵੇ, ਕਿਉਂਕਿ ਅਸੀਂ ਅੱਕ ਕੇ ਹੀ ਤੁਰੇ ਆ ਘਰਾਂ ਤੋਂ, ਅਸੀਂ ਕਫਨ ਬੰਨ੍ਹ ਕੇ ਤੁਰੇ ਆ, ਤੇਲੀ ਦੇ ਦਾਨ ਤਨ ਕੇ ਤੁਰੇ ਆ। ਅਸੀਂ ਸਾਡੇ ਤੇ ਭਾਵੇਂ ਪਰਚੇ ਦੇ ਦਿਓ, ਕੁਛ ਮਰਜ਼ੀ ਕਰੋ, ਅਸੀਂ ਆਪਦੇ ਪਿੰਡ ਨਹੀਂ ਰੋਣ ਦੇਣੇ, ਨਾ ਆਪਦੇ ਬੱਚੇ ਮਰਨ ਦੇਣੇ ਆ। ਅਸੀਂ ਚੈਕਿੰਗ ਵੀ ਕਰਾਂਗੇ। ਤੁਹਾਨੂੰ ਜੇ ਤੁਹਾਡੇ ਮਸਲੇ ਤੁਹਾਨੂੰ ਲੱਗਦਾ ਵੀ ਇਹ ਅਲੀਗਲ ਆ, ਸਾਡੇ ਲਈ ਤਾਂ ਲੀਗਲ ਆ। ਅਸੀਂ ਤਾਂ ਪਿੰਡਾਂ ਦੀਆਂ ਪੰਚਾਇਤਾਂ, ਪਿੰਡਾਂ ਦੇ ਕਲੱਬ, ਜਿਹੜੀਆਂ ਪਿੰਡਾਂ ਦੀਆਂ ਕਮੇਟੀਆਂ ਸਾਂਝੇ ਰੂਪ ਦੇ ਵਿੱਚ ਅਸੀਂ ਜਾਤੀਵਾਦ ਤੇ ਧਰਮ ਤੇ ਆਪਣਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੇ ਵਿੱਚ ਇਹ ਕਦਮ ਚੱਕਿਆ ਗਾ। ਅਸੀਂ ਇਹ ਨਹੀਂ ਕਹਿੰਦੇ ਸਰਕਾਰਾਂ ਪਹਿਲੀਆਂ ਨੇ ਚੰਗੀਆਂ ਸੀ ਨਾ ਹੁਣ ਚੰਗੀਆਂ, ਜਿਹੜਾ ਕੋਈ ਅੱਜ ਚੰਗਾ ਕਰੂਗਾ ਉਹ ਵੋਟਾਂ ਲੈ ਲੂ ਬਾਈ, ਗੱਲ ਖਤਮ ਆ ਸਾਡੀ ਤਾਂ। ਇੱਕ ਗੱਲ ਦੱਸਿਓ, ਸਵੇਰੇ ਇੱਕ ਵੀਡੀਓ ਚੱਲ ਰਹੀ ਸੀ, ਬਲਕਾਰ ਸਿੰਘ ਸਿੱਧੂ ਆਉਂਦੇ, ਤੁਹਾਡੇ ਵਿਧਾਇਕ ਹੈ, ਉਹ ਕਹਿੰਦੇ ਆ ਕਿ ਨਸ਼ੇ ਨੂੰ ਲੈ ਕੇ ਮੈਂ ਬਹੁਤ ਸੀਰੀਅਸ ਹੈ ਤੇ ਰਾਜਨੀਤੀ ਨਾ ਕਰੋ, ਮੈਂ ਬਹੁਤ ਇਹ ਤੇ ਕਰ ਰਿਹਾਗਾ। ਤੁਹਾਡੇ ਪਿੰਡਾਂ 'ਚ ਸਭ ਤੋਂ ਵੱਧ ਨਸ਼ੇ ਦੀ ਚਪੇੜ 'ਚ ਹੈ, ਤੁਸੀਂ ਸਭ ਤੋਂ ਵੱਧ ਕਮੇਟੀਆਂ ਬਣਾ ਰਹੇ ਹੋ, ਕੀ ਸਿਰਫ ਇਹ ਕਹਿ ਦੇਣ ਨਾਲ ਕਿ ਮੈਂ ਬਹੁਤ ਸੀਰੀਅਸ ਹਾਂ ਨਸ਼ੇ ਨੂੰ ਤੇ ਨਸ਼ਾ ਖਤਮ ਹੋ ਜਾਊਗਾ? ਦੇਖੋ ਬਾਈ ਜੀ, ਸਾਡੀਆਂ ਮੀਟਿੰਗਾਂ ਸਾਨੂੰ ਸਾਥ ਦੇ ਰਹਿੰਦੇ ਆ, ਸਾਨੂੰ ਮਿਲਦੇ ਰਹਿੰਦੇ ਆ, ਇਹਦੇ 'ਚ ਕੋਈ ਦੋ ਰਹਿ ਨਹੀਂ ਵੀ 92 ਨੂੰ ਛੱਡ ਕੇ ਚੱਲ ਬਲਕਾਰ ਨੇ ਜਿੱਥੋਂ ਤੱਕ ਸਾਡਾ ਸਾਥ ਦਿੱਤਾ। SHO ਸਾਹਿਬ ਜੀ ਸਾਨੂੰ ਬਹੁਤ ਮਾਣ ਆ, ਸਾਡੇ ਕੋਲ ਦਿਨ ਰਾਤ ਆਉਂਦੇ, ਸਾਡੀ ਸੁਣਦੇ ਵੀ, ਪਹਿਲ ਦੇ ਆਧਾਰ ਤੇ ਪਰਚਾ ਵੀ ਹੁੰਦਾ। ਪਰ ਜਦੋਂ ਵੱਡੇ ਅਧਿਕਾਰੀ ਇਸ ਚੀਜ਼ ਤੋਂ ਹੋਣ ਵੀ ਛੋਟੇ ਅਧਿਕਾਰੀ ਕੀ ਕਰਨਗੇ ਨਾ? ਇਹ ਤਾਂ ਸਰਕਾਰ ਹੁਣ MLA ਸਾਹਿਬ ਨੂੰ ਅਸੀਂ ਮਿਲ ਕੇ ਇਹ ਚੀਜ਼ ਦਾ ਅਸੀਂ ਮੰਗ ਪੱਤਰ ਵੀ ਦੇਵਾਂਗੇ, ਉਹਨਾਂ ਦੇ ਧਿਆਨ 'ਚ ਵੀ ਲਿਆਵਾਂਗੇ ਵੀ ਜੇ ਤੁਹਾਡੇ ਵੱਡੇ ਅਫਸਰ ਤਾਂ ਇਹ ਗੱਲਾਂ ਕਹਿ ਰਹੇ ਆ ਵੀ ਤੁਸੀਂ ਚੈੱਕ ਨਹੀਂ ਕਰ ਸਕਦੇ, ਤੁਹਾਨੂੰ ਅਧਿਕਾਰ ਨਹੀਂ, ਇਹ ਤਾਂ ਕਰਕੇ ਅਸੀਂ ਮਿਲ ਕੇ ਇਹ ਤੋਂ ਬਾਅਦ ਕੋਈ ਰਣਨੀਤੀ ਬਣਾਵਾਂਗੇ। ਜਿਹੜੀ ਚੈਕਿੰਗ ਦੀ ਗੱਲ ਹੈ, ਇਹੀ MLA ਸਾਹਿਬ ਨਾਲ ਗੱਲ ਹੋਈ ਆ, ਉਹਨਾਂ ਨੇ ਇੱਕ ਸਟੇਟਮੈਂਟ ਦਿੱਤਾ ਵੀ ਮੈਂ ਇਹ ਮੰਨਦਾਗਾ ਵੀ ਜਿਹੜੇ ਸੁਰੱਖਿਆ ਵਾਲਾ ਜਾਂ ਪੁਲਿਸ ਦੇ ਜਿਹੜੇ ਮੁਲਾਜ਼ਮ ਆ ਉਹਨਾਂ ਦੇ ਵਿੱਚ ਕਮੀ ਆ, ਉਹਦੀ ਮੈਂ ਮੁੱਖ ਮੰਤਰੀ ਸਾਹਿਬ ਨਾਲ ਪਰਸੋਂ ਟਾਈਮ ਲੈ ਲਿਆ, ਪਰਸੋਂ ਮੈਂ ਮੀਟਿੰਗ ਕਰੂੰਗਾ। ਪਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਇਸ ਨੌਜਵਾਨ ਦੇ ਪਰਿਵਾਰ ਦੀ ਮੈਂ ਨਿੱਜੀ ਤੌਰ ਤੇ ਸਰਕਾਰੀ ਤੌਰ ਤੇ ਵੀ ਮੈਂ ਮਦਦ ਕਰਾਊਂਗਾ। ਜੇ ਉਹ ਕਰਵਾਉਂਦੇ ਆ ਤੁਸੀਂ ਸੰਤੁਸ਼ਟ ਹੋ ਫਿਰ ਕਿ ਨਹੀਂ? ਬਾਈ ਜੀ ਇਹ ਤਾਂ ਕਰਾ ਹੀ ਲੈਣਾ, ਗੱਲ ਤਾਂ ਹੁਣ ਅਗਲੇ ਦਾ ਮਸਲਾ ਨਾ, ਜਿਹੜਾ ਅੱਗੇ ਆਗਾ ਗੰਭੀਰ ਜਿਹੜਾ ਸੋਚਣ ਵਾਲਾ ਮਸਲਾ ਅੱਗੇ ਦਾ ਬਾਈ। ਚਲੋ ਇਹ ਤਾਂ ਸਾਡਾ ਭਰਾ ਚਲਾ ਗਿਆ ਦੁਨੀਆ ਤੋਂ, ਹੁਣ ਜਿਹੜੇ ਪਿੰਡਾਂ ਦੇ ਵਿੱਚ ਹੁਣ ਕਮੇਟੀਆਂ ਬਣਾਉਣੀਆਂ, ਹੁਣ ਇੰਨੇ ਨੌਜਵਾਨ ਆ, ਤੁਸੀਂ ਦੇਖ ਲਓ ਬਜ਼ੁਰਗ ਬਹੁਤ ਘੱਟ ਆ, ਕਿੰਨੇ ਨੌਜਵਾਨ ਆਪੋ ਆਪ ਉੱਠੇ ਆ, ਕਿਉਂਕਿ ਇਹਨਾਂ ਨੂੰ ਪਤਾ ਵੀ ਆਪਣੀ ਜਿਹੜੀ ਆਉਣ ਵਾਲੀ ਨਸਲ ਹੈਗੀ ਉਹ ਵੀ ਕਿਤੇ ਨਾ ਕਿਤੇ ਖਤਮ ਹੋ ਜੂਗੀ, ਤੇ ਜੇ ਇਹ ਫੇਰ ਹੀ ਪੈਰਿਆਂ ਤੇ ਖੜਨਗੇ ਜਾਂ ਫੇਰ ਹੀ ਚੈਕਿੰਗ ਕਰਨਗੇ, ਕਿਉਂਕਿ ਜੇ ਇਹਨਾਂ ਕੋਲ ਅਧਿਕਾਰ ਹੋਣਗੇ ਤਾਂ। ਹੁਣ ਜਿਵੇਂ ਕਹਿ ਰਿਹਾ ਚੈਕਿੰਗ ਕਰਨ ਦਾ ਅਧਿਕਾਰ ਲੈ ਰਹੇ ਆ, ਤਾਂ ਕੀ ਲੱਗਦਾ ਵੀ ਇਹ ਇੱਕ ਤਰੀਕੇ ਨਾਲ ਕਮੇਟੀਆਂ ਖਤਮ ਕਰਨ ਵਾਲੇ ਪਾਸੇ ਨਹੀਂ ਹੈ? ਬਾਈ ਫਿਰ ਇਹ ਤਾਂ ਫਿਰ ਆਪ ਹੀ ਸੋਚ, ਉਧਰ ਇਸ਼ਾਰਾ ਕਿੱਧਰ ਜਾਂਦਾ ਤੁਸੀਂ ਖੁਦ ਸਿਆਣਾ ਗਾ, ਠੀਕ ਹੈ ਨਾ ਬਾਈ? ਸਰਕਾਰ ਜਾਂ ਸੱਤਾ ਜਾਂ ਪੁਲਿਸ ਇਹ ਚਾਹੁੰਦੀ ਨਹੀਂ ਹੁੰਦੀ ਕਿ ਪੈਰਲਰ ਕੋਈ ਸਰਕਾਰ, ਸੱਤਾ, ਪੁਲਿਸ ਜੋ ਤਾਕਤ ਹੈ, ਮੌਜੂਦਾ ਸਿਸਟਮ ਹੈ, ਉਹ ਚਾਹੁੰਦਾ ਨਹੀਂ ਹੁੰਦਾ ਕਿ ਪੈਰਲਰ ਸਿਸਟਮ ਖੜਾ ਹੋਵੇ, ਕਿਉਂਕਿ ਪੈਰਲਰ ਕਮੇਟੀਆਂ, ਪੈਰਲਰ ਸਿਸਟਮ ਖੜਾ ਹੋ ਰਹੀਆਂ ਸੀ। ਲੋਕ ਇਹਦਾ ਮਤਲਬ ਹਤਾਸ਼ ਸੀ ਪੁਲਿਸ ਦੇ ਕੰਮਾਂ ਤੋਂ, ਸਰਕਾਰ ਦੇ ਕੰਮਾਂ ਤੋਂ। ਕੀ ਇਹ ਲੱਗਦਾ ਕਿ ਉਹ ਚਾਹ ਹੀ ਨਹੀਂ ਰਹੇ ਕਿ ਇਹ ਚੀਜ਼ਾਂ ਕਾਮਯਾਬ ਹੋਣ ਤੇ ਪਿੱਛੇ ਹਟ ਜਾਂਦੇ? ਸਾਨੂੰ ਤਾਂ ਜੀ ਇੱਕ ਚੀਜ਼ ਦੱਸ ਦੇਣਾ ਵੀ ਜਿਹੜੀ ਗ੍ਰਾਮ ਪੰਚਾਇਤ ਦੀ ਲੈਟਰ ਪੈਡ ਹੁੰਦੀ ਹੈ, ਕਮੇਟੀ ਦੀ ਲੈਟਰ ਪੈਡ ਹੁੰਦੀ ਹੈ, ਉਹ ਲੀਗਲ ਹੈ ਕਿ ਨਹੀਂ ਲੀਗਲ? ਅਸੀਂ ਤਾਂ ਇਹ ਚੀਜ਼ ਪੁੱਛਣੀ ਚਾਹੁੰਦੇ ਆ। ਜਿਹੜੀ ਗ੍ਰਾਮ ਪੰਚਾਇਤ ਬਣਦੀ ਹੈ ਉਹ ਮੰਨ ਲਓ ਫੈਸਲੇ ਲੈ ਸਕਦੀ ਹੈ ਕਿ ਨਹੀਂ ਲੈ ਸਕਦੀ? ਇਹ ਜਦੋਂ ਮੰਨ ਲਓ ਲੀਡਰਾਂ ਨੇ ਕੋਈ ਝੂਠ ਮਾਰਨੇ ਹੁੰਦੇ, ਵੋਟਾਂ ਲੈਣੀਆਂ ਹੁੰਦੀਆਂ, ਉਦੋਂ ਤੁਸੀਂ ਕਿਉਂ ਕਹਿੰਦੇ ਆ ਵੀ ਜਿਹੜਾ ਸਰਪੰਚ ਹੁੰਦਾ ਪਿੰਡ ਦਾ ਮੁੱਖ ਮੰਤਰੀ ਹੈ? ਉਦੋਂ ਤੁਸੀਂ ਆਪਦੇ ਬਿਆਨ ਦੇਖੇ ਹੋਣਗੇ, ਤੁਸੀਂ ਇਹਨਾਂ ਦੇ ਬਿਆਨ ਹੁੰਦੇ ਹੈਗੇ, ਤੇ ਅਸੀਂ ਫੈਸਲਾ ਨਹੀਂ ਲੈ ਸਕਦੇ ਜਦੋਂ ਸਾਡੇ ਮੁੰਡੇ ਮਰੀ ਜਾਂਦੇ ਮੋਟਰਾਂ ਦੇ ਟੀਕੇ ਲਾ ਕੇ। ਪੰਚਾਇਤ ਕੋਈ ਉਹ ਫੈਸਲਾ ਨਹੀਂ ਲੈ ਸਕਦੀ? ਕਿਉਂ ਨਹੀਂ ਲੈ ਸਕਦੀ ਪੰਚਾਇਤ ਫੈਸਲਾ? ਸਾਡੀ ਲੈਟਰ ਪੈਡ ਨੂੰ ਚੈਲੰਜ ਕਰ ਸਕਦਾ, ਹਾਈ ਕੋਰਟ ਕਰ ਸਕਦਾ ਵੀ ਅਸੀਂ ਜੇ ਕੋਈ ਗਲਤ ਲਿਖਿਆ, ਜੇ ਅਸੀਂ ਲਿਖਿਆ ਵੀ ਅਸੀਂ ਲੋਕਾਂ ਦੇ ਹੱਕ ਖਾਤਰ ਖੜਦੇ ਹਾਂ, ਅਸੀਂ ਬਾਈ ਸਾਡੇ ਚਿੱਟਾ ਖਤਮ ਕਰਨਾ ਪਿੰਡ ਦੇ ਵਿੱਚੋਂ, ਸਾਡੀਆਂ ਚੋਰੀਆਂ ਨਾ ਹੋਣ ਕਿਸੇ ਦੀਆਂ, ਅਸੀਂ ਤਾਂ ਉਹੀ ਚੀਜ਼ ਲਿਖੀ ਹੈ, ਇਹ 'ਚ ਗਲਤ ਕੀ ਲਿਖੀ ਹੈ? ਜਿਹੜੀ ਇਹ ਤੁਸੀਂ ਚੈਕਿੰਗ ਵਾਲੀ ਗੱਲ ਕਰਦੇ ਹੋ ਵੀ ਡਿਪਟੀ ਸਾਹਿਬ ਨੇ ਤੁਹਾਨੂੰ ਕਹਿਤਾ ਵੀ ਤੁਸੀਂ ਚੈਕਿੰਗ ਨਹੀਂ ਕਰ ਸਕਦੇ, ਇਹ ਮਾਮਲੇ ਤੋਂ ਪਹਿਲਾਂ ਦੀ ਗੱਲ ਆ ਕਿ ਹੁਣ ਕਹੀ ਹੈ, ਕਦੋਂ ਕਹੀ? ਇਹ ਜੀ ਇੱਕ ਦਿਨ ਭਾਈ ਰੁਪਏ ਮੀਟਿੰਗ ਹੋਈ ਸੀਗੀ, ਉਹਦੀ ਗੱਲ ਸਾਨੂੰ ਦੇਣੀ ਆ ਗਈ ਜੀ। ਜਿਹੜੇ ਮਾੜੇ ਆਨਸਰ ਆ ਸਾਨੂੰ ਉਹ ਮੁੜ ਕੇ ਗਲਵੇਂ ਤੱਕ ਆਉਂਦੇ, ਕਹਿੰਦੇ ਤੁਸੀਂ ਤਾਂ ਚੈਕਿੰਗ ਨਹੀਂ ਕਰ ਸਕਦੇ। ਮਤਲਬ ਕਿੰਨੇ ਦਿਨ ਪਹਿਲਾਂ ਦੀ ਗੱਲ? ਇਹ ਕਾਫੀ ਦਿਨ ਹੋ ਗਏ ਜੀ, ਯਾਦ ਨਹੀਂ ਮੇਰੇ ਤਾਂ, ਮੈਂ ਉਸ ਮੀਟਿੰਗ ਦਾ ਹਿੱਸਾ ਨਹੀਂ ਬਣਿਆ ਸੀ, ਉਦੋਂ ਬਾਹਰ ਗਿਆ ਵਾ ਸੀਗਾ, 10-12 ਦਿਨ ਹੋ ਗਏ। ਅੱਜ ਇਸ ਗੱਲ ਨੂੰ ਲੈ ਕੇ ਚਰਚਾ ਹੋਈ ਅੰਦਰ? ਹਾਂਜੀ, ਅੰਦਰ ਚਰਚਾ ਹੋਈ ਅੱਜ। ਹਾਂਜੀ ਹਾਂਜੀ, ਬਾਕੀ ਸਾਰਾ ਕੁਝ ਰਾਮ ਸਿੰਘ ਨੂੰ ਪਤਾ। ਕੀ ਕਹਿੰਦੇ ਉਹ? ਅੱਜ ਵੀ ਚਰਚਾ ਹੀ ਹੋਈ ਹੈ, ਉਹ ਕਹਿੰਦੇ ਜਿਹੜਾ ਲੀਗਲੀ ਆ ਉਹਦੇ ਤੇ ਅਸੀਂ ਪੁਲਿਸ ਵੀ ਚੈਕਿੰਗ ਨਹੀਂ ਕਰ ਸਕਦੀ। ਉਹ ਕਹਿੰਦੇ ਵੀ ਮਤਲਬ ਪਬਲਿਕਲੀ ਤਾਂ ਛੱਡੋ, ਵੀ ਅਸੀਂ ਪੁਲਿਸ ਵੀ ਜੇ ਸਾਡਾ SHO ਕਵੇ ਤੇ ਤੁਹਾਡੀ ਕੋਈ ਜੇਬ ਚੀਜ਼ ਅਸੀਂ ਕੱਢ ਨਹੀਂ ਸਕਦੇ। ਉਹ ਕਾਨੂੰਨ ਦੀ ਸਾਨੂੰ ਇਹ ਉਦਾਹਰਨ ਦੇ ਰਹੇ ਆ, ਪਰ ਅਸੀਂ ਤੇ ਸਰਕਾਰਾਂ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਕਾਨੂੰਨ ਸਰਕਾਰਾਂ ਨੇ ਬਣਾਉਣੇ ਹੁੰਦੇ ਆ। ਬਾਰ-ਬਾਰ ਅਸੀਂ ਉਹੀ ਗੱਲ ਕਹਿੰਦੇ ਆ ਵੀ ਇਹ ਲੋਕ ਲਹਿਰ ਖੜੀ ਹੋ ਗਈ ਆ। ਸਾਡੇ ਇਸ ਰਾਮਪੁਰਾ ਫੂਲ ਹਲਕੇ ਦੇ ਵਿੱਚ ਲਗਭਗ 51 ਕਮੇਟੀਆਂ ਬਣ ਗਈਆਂ, ਇੰਨੇ ਕੀ ਪਿੰਡ ਆ ਸਾਡੇ ਰਾਮਪੁਰਾ ਫੂਲ ਹਲਕੇ ਦੇ, ਤੇ ਇਹ ਲਹਿਰ ਖੜੀ ਹੋ ਗਈ ਆ। ਲਹਿਰ ਕਿਤੇ ਦਬਾਇਆ ਨਹੀਂ ਦਬਦੀ, ਲਹਿਰ ਤੇ ਪਾਸੇ ਪਲਟ ਦਿੰਦੀ ਆ। ਜਦੋਂ ਵੱਡੀਆਂ ਮੁਸੀਬਤਾਂ ਆਉਂਦੀਆਂ ਨਾ, ਉਹਨੂੰ ਲਹਿਰਾਂ ਬੰਨ੍ਹ ਲਾਉਂਦੀਆਂ। ਤੁਹਾਡੇ ਸਾਹਮਣੇ ਦਰਿਆਵਾਂ ਨੂੰ ਬੰਨ੍ਹ ਲਾਤੇ, ਅਸੀਂ ਉਹ ਪੰਜਾਬ ਦੀ ਕੌਮ ਆ ਇਹ। ਤੇ ਜੇ ਮੋਦੀ ਨੂੰ ਦਿੱਲੀ ਤੋਂ ਹਰਾ ਕੇ ਆਈਏ ਤੇ ਪੰਜਾਬ ਹਰਾ ਕੇ ਆਇਆ। ਅੱਜ ਇੱਥੋਂ ਇਹ ਫੇਰ ਸ਼ੁਰੂ ਹੋਈ ਆ ਗੱਲ
ਪਹਿਲੀ ਗੱਲ ਤੇ ਇਹ ਸੀ ਕਿ ਪੰਜਾਬ 'ਚ ਉਹਨਾਂ ਨਸ਼ਾ ਨਹੀਂ ਸੀ ਜਿਨ੍ਹਾਂ ਨੇ ਬਦਨਾਮ ਕੀਤਾ, ਇਹ ਵੀ ਸਰਕਾਰਾਂ ਦੀ ਪਾਲਿਸੀ ਸੀ ਜੀ। ਅੱਜ ਜੇ ਗੱਲ ਅਸੀਂ ਹਟਾਉਣ ਤੇ ਸ਼ੁਰੂ ਹੋਏ ਤੇ ਸਾਨੂੰ ਮਤਲਬ ਦਬਾਇਆ ਜਾ ਰਿਹਾ, ਪਰ ਇਸ ਚੀਜ਼ ਨੂੰ ਸਰਕਾਰ ਤੇ ਪ੍ਰਸ਼ਾਸਨ ਅਸੀਂ ਤੇ ਬਾਰ-ਬਾਰ ਇਹੀ ਗੱਲ ਕਰਾਂਗੇ, ਸਾਡੀ ਤਾੜਨਾ ਹੈ ਵੀ ਇੱਥੇ ਉਹ ਨਹੀਂ ਰਹੇ ਜਿਹੜੇ 25 ਸਾਲ ਰਾਜ ਦਾਵਾ ਕਰਦੇ ਸੀ 25 ਸਾਲ ਦੇ ਰਾਜ ਦਾ। ਇੱਥੇ ਕੈਪਟਨ ਚਲੇ ਗਏ ਤੇ ਤੁਹਾਨੂੰ ਬਦਲਾਅ ਦੇ ਨਾਂ ਤੇ ਵੋਟ ਮਿਲੀ ਆ ਤੇ ਲੋਕਾਂ ਦੇ ਨਾਲ ਖੜ ਜਾਓ। ਅੱਜ ਪਲੇਟਫਾਰਮ ਮਿਲਿਆ, ਮੈਂ ਖਾਸ ਕਰਕੇ ਜਿਹੜੇ ਸਾਡੇ ਮੂਹਰੇ ਇਲੈਕਸ਼ਨਾਂ ਆਉਂਦੀਆਂ, ਚਾਹੇ ਸਾਡੇ ਪੰਚਾਇਤਾਂ ਤੋਂ ਲੈ ਕੇ ਤਹਾਂ ਤੱਕ ਹੋਣਗੇ, ਵੀ ਅੱਜ ਪਲੇਟਫਾਰਮ ਮਿਲਿਆ, ਲੋਕਾਂ ਦੇ ਪੁੱਤ ਪਹੁੰਚਾਉਣ ਵਾਸਤੇ ਖੜੇ ਹੋ ਜਾਓ। ਲੋਕਾਂ ਵੋਟਾਂ ਤੁਹਾਨੂੰ ਆਪਣੇ ਆਪ ਹੀ ਪਾ ਦੇਣੀਆਂ, ਤੇ ਨਹੀਂ ਤਾਂ ਇੱਥੋਂ ਆਸ ਨਾ ਕਰੋ ਫਿਰ ਜਿੱਥੇ ਪਿੱਛੇ 3 ਗਏ ਤੇ ਤੁਸੀਂ ਤੀਜਾ 2 ਗਏ, ਤੀਜਾ ਵੀ ਜਾ ਸਕਦਾ ਹੈ। ਰਾਮ ਜੀ, ਜਿਵੇਂ ਧਰਨੇ ਬਹੁਤ ਸਾਰੇ ਲੱਗਦੇ ਆ, ਤੁਹਾਨੂੰ ਪਤਾ ਪੰਜਾਬ ਦੇ ਵਿੱਚ ਨਸ਼ੇ ਦਾ ਮੁੱਦਾ ਹਾਈਲਾਈਟ ਆ, ਜਿਵੇਂ ਹੁਣ ਇਹ ਵੀ ਤੁਸੀਂ ਧਰਨਾ ਲਾ ਰਹੇ ਹੋ, ਪਰ ਕਿਤੇ ਫਿਰ ਉਹੀ ਗੱਲ ਤਾਂ ਨਹੀਂ ਹੋਊਗੀ ਵੀ ਪੋਲੀਟੀਕਲ ਰੰਗਤ ਦਿੱਤੀ ਜਾਊਗੀ, ਕਿਉਂਕਿ ਜਦੋਂ ਸਟੇਜ ਲੱਗ ਜਾਂਦਾ, ਵੱਖੋ ਵੱਖ ਬੁਲਾਰੇ ਆਉਂਦੇ ਆ, ਬੋਲਿਆ ਜਾਂਦਾ ਹੈਗਾ, ਬਹੁਤ ਸਾਰੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਹੈਗੀਆਂ, ਪਰ ਉਦੋਂ ਬਾਅਦ ਕੁਝ ਦਿਨਾਂ ਬਾਅਦ ਜਿਹੜੇ ਲੋਕ ਬੈਠੇ ਹੁੰਦੇ ਆ ਉਹਨਾਂ ਨੂੰ ਮੂਹਰਲਾ ਬੰਦਾ ਹੀ ਵੇਚ ਜਾਂਦਾ ਹੈਗਾ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਹੋ ਕੀ ਗਿਆ ਸਾਡੇ ਨਾਲ। ਜੇ ਮੈਂ ਆਪਣੀ ਗੱਲ ਕਰਾਂ, ਮੇਰੀ 46 ਸਾਲ ਦੀ ਉਮਰ ਹੋ ਗਈ, ਮੈਂ ਅੱਜ ਤੱਕ ਨਾ ਤੇ ਸਿਆਸੀ ਕਿਸੇ ਪੰਚਾਇਤ ਦੀ ਇਲੈਕਸ਼ਨ 'ਚ ਹਿੱਸਾ ਲਿਆ, ਨਾ ਕਿਸੇ ਐਮਐਲਏ ਦੀ ਇਲੈਕਸ਼ਨ 'ਚ ਹਿੱਸਾ ਲਿਆ, ਤੇ ਇੱਥੋਂ ਤੱਕ ਮੈਂ ਗੁਰਦੁਆਰੇ ਦੀ ਕਮੇਟੀ 'ਚ ਵੀ ਹਿੱਸਾ ਨਹੀਂ ਲੈਂਦਾ। ਪਰ ਸਮਾਜ ਸੇਵਾ ਦੀ ਜਿੱਥੇ ਲੜਾਈ ਅਸੀਂ ਉੱਥੇ ਖੜਦੇ ਆ। ਜਿੱਦਿਆ ਨਸ਼ੇ ਦੀ ਗੱਲ ਹੋਈ ਹੈ, ਮੇਰੇ ਕੋਲੇ ਸਾਡੇ 21 ਬੱਚੇ ਨੇ ਗੱਲ ਕੀਤੀ ਵੀ ਅੰਕਲ ਪਾ ਗੱਲ ਸ਼ੁਰੂ ਕਰਨੀ ਹੈ, ਮੈਂ ਨਾਲ ਚੱਲਦਾ, ਹੁਣੇ ਹੀ ਹੋਕਾ ਦੇ ਚੱਲ ਕੇ। ਅਸੀਂ ਉਹਦੇ ਤੋਂ ਖੜੇ, ਦੋਨੇ ਪੰਚਾਇਤਾਂ ਮੇਰੇ ਪਿੰਡ ਦੀਆਂ ਸੀ, 2 ਗ੍ਰਾਮ ਪੰਚਾਇਤਾਂ, ਦੋਨਾਂ ਨੂੰ ਸੱਦ ਕੇ ਮੈਂਬਰ ਸਰਪੰਚ ਮੋਹਤਵਾਰ ਸਾਰੇ ਸੱਦ ਕੇ ਉੱਥੇ ਦੋਨਾਂ ਦੇ ਲੈਟਰ ਪੈਡ ਤੇ ਮਤਾ ਪਵਾਇਆ ਵੀ ਇੱਥੇ ਸਾਡਾ ਕੋਈ ਜਾਤ ਧਰਮ ਨਸਲ ਦਾ ਰੌਲਾ ਨਹੀਂ ਹੈ। ਉਹਦੇ ਤੋਂ ਉੱਤੇ ਉੱਠ ਗਿਆ, ਸਿਆਸੀ ਪਾਰਟੀ ਸਾਡੀ ਕੋਈ ਨਹੀਂ ਹੈ, ਅਕਾਲੀ ਹੋਵੇ, ਕਾਂਗਰਸੀ ਹੋਵੇ, ਆਪ ਵਾਲਾ ਹੋਵੇ, ਅਸੀਂ ਉਦੋਂ ਉੱਤੇ ਸਿਰਫ ਤੇ ਸਿਰਫ ਅਸੀਂ ਅੱਜ ਨਸ਼ੇ ਦੇ ਖਿਲਾਫ ਜਿਹੜੀ ਲੜਾਈ ਲੜਨ ਲੱਗੇ ਆ। ਇਹਦੇ ਸਾਡੀ ਸਾਰੀ ਗੱਲ ਪਿੱਛੇ ਹੋ, ਜਿੱਦੇ ਇਲੈਕਸ਼ਨ ਆਉਣਗੇ ਸਾਰਿਆਂ ਨੂੰ ਖੁੱਲੀ ਛੁੱਟੀ ਆ, ਕੋਈ ਅਕਾਲੀ ਦਲ ਨੂੰ ਵੋਟ ਪਾਇਓ, ਕੋਈ ਕਾਂਗਰਸ ਨੂੰ ਪਾਇਓ, ਕੋਈ ਆਪ ਵਾਲਿਆਂ ਨੂੰ ਪਾਇਓ, ਸਾਨੂੰ ਛੁੱਟੀ ਆ। ਹਾਂ, ਅਸੀਂ ਇਹ ਜ਼ਰੂਰ ਕਹਿੰਦੇ ਜਿਨ੍ਹਾਂ ਨੇ ਇਲੈਕਸ਼ਨ ਲੜਨੇ ਆ ਉਹ ਗਰਾਊਂਡ ਤੇ ਆ ਕੇ ਕੰਮ ਕਰਨ, ਲੋਕ ਤੁਹਾਨੂੰ ਵੋਟਾਂ ਪਾ ਦੇਣਗੇ। ਇਹ ਲੜਾਈ ਉਸ ਤੋਂ ਬਾਅਦ ਜਿਹੜੀ ਗੱਲ ਹੈਗੀ ਸਾਡੀ ਐਕਸ਼ਨ ਐਂਟੀ ਡਰੱਗ ਫੋਰਸ ਕਮੇਟੀਆਂ ਦੀ, ਇਹ ਚਿੱਟੇ ਦਾ ਮਸਲਾ ਹੈ। ਇੱਥੇ ਜਿਹੜੀਆਂ ਜਥੇਬੰਦੀਆਂ ਸਾਨੂੰ ਸਹਿਯੋਗ ਦੇਣਗੇ ਉਹਨਾਂ ਦਾ ਧੰਨਵਾਦ, ਪਰ ਇਹਨੂੰ ਜਿੱਥੋਂ ਤੱਕ ਅਸੀਂ ਲੀਡ ਕਰਾਂਗੇ, ਇਹਨੂੰ ਐਂਟੀ ਡਰੱਗ ਫੋਰਸ ਕਮੇਟੀ ਲੀਡ ਕਰੂਗੀ। ਇਹਦੇ ਵਿੱਚ ਕੋਈ ਵੀ ਸਿਆਸੀ ਮਸਲਾ ਨਹੀਂ ਹੋਊਗਾ, ਕੋਈ ਅਸੀਂ ਇਲੈਕਸ਼ਨ ਨਹੀਂ ਲੜਨੀ ਨਾ ਬੰਦਿਆਂ ਨੇ, ਠੀਕ ਹੈ। ਤੇ ਅਸੀਂ ਇਹਨੂੰ ਜਿੱਥੋਂ ਤੱਕ ਲੜਨਾ ਪਿਆ ਉੱਥੋਂ ਤੱਕ ਲੜਾਂਗੇ। ਇਹਦਾ ਅਸੀਂ ਥੋੜੇ ਦਿਨਾਂ 'ਚ ਹੀ ਪੰਜਾਬ ਪੱਧਰ ਦਾ ਇੱਕ ਗਠਨ ਕਰਕੇ ਬਹੁਤ ਸਾਰੀਆਂ ਕਮੇਟੀਆਂ ਜਿਹੜੀਆਂ ਅੰਮ੍ਰਿਤਸਰ 'ਚ ਕੰਮ ਕਰ ਰਹੀਆਂ, ਮਾਲਵੇ ਬੈਲਟ ਦੇ ਵਿੱਚੋਂ ਸਾਡਾ ਰਾਮਪੁਰਾ ਫੂਲ ਸਾਰਾ ਹਲਕਾ ਖੜਾ ਹੋ ਗਿਆ, ਮੋੜ ਲਗਭਗ ਅੱਧਾ ਖੜਾ ਹੋ ਗਿਆ, 15-20 ਪਿੰਡ ਉੱਥੇ ਖੜੇ ਹੋ ਚੁੱਕੇ ਆ। ਤੇ ਅਸੀਂ ਇਹਨੂੰ ਥੋੜੇ ਦਿਨਾਂ 'ਚ ਹੀ ਮਤਲਬ ਪੰਜਾਬ ਦੀ ਕਮੇਟੀ ਇੱਕ ਜਿਹੜੀ ਰਜਿਸਟਰ ਕਰਕੇ ਇਹਨੂੰ ਅਸੀਂ ਲੜਾਈ ਲੜਾਂਗੇ ਸਿਰਫ ਚਿੱਟੇ ਤੇ ਜਾਂ ਨਸ਼ੇ ਤੇ ਡਰੱਗ ਜਿਹੜੇ ਮੈਡੀਕਲ ਦੇ ਨਸ਼ੇ ਇਹਨਾਂ ਤੇ। ਸਾਡਾ ਇੱਕੋ ਹੀ ਫੋਕਸ ਹੈ, ਚਿੱਟਾ ਤੇ ਡਰੱਗ ਜਿਹੜੇ ਮਤਲਬ ਮੈਡੀਕਲ ਦੀਆਂ ਦਵਾਈਆਂ, ਹੋਰ ਸਾਡਾ 'ਚ ਕੋਈ ਮਸਲਾ ਨਹੀਂ। ਇਹ ਸਾਰੀਆਂ ਸਿਆਸੀ ਪਾਰਟੀਆਂ ਦੇ ਉੱਤੇ ਹੈ, ਕਿਸੇ ਝੰਡੇ ਥੱਲੇ ਨਹੀਂ ਲੜਾਂਗੇ, ਇਕੱਲਾ ਹੀ ਜਿਹੜਾ ਐਂਟੀ ਡਰੱਗ ਫੋਰਸ ਦਾ ਝੰਡਾ ਹੋਊ ਉਹਦੇ ਥੱਲੇ ਲੜਾਈ ਲੜਾਂਗੇ ਅਸੀਂ। ਲੋਕਾਂ ਨੂੰ ਤੁਸੀਂ ਜਵਾਬ ਦਿਓਗੇ? ਬਿਲਕੁਲ, ਅਸੀਂ ਲੋਕਾਂ ਨੂੰ ਜਵਾਬ ਦੇ ਹਾਂ ਜੀ ਇਸ ਚੀਜ਼ ਦੇ ਵੀ। ਅਸੀਂ ਕਿਸੇ ਸਿਆਸੀ ਪਾਰਟੀ ਨਾਲ ਸਮਝੌਤਾ ਕਰਦੇ ਹਾਂ ਤੇ ਉਹ ਅਸੀਂ ਜਵਾਬ ਦੇ ਹਾਂ ਇਸ ਗੱਲ ਦੇ। ਅਸੀਂ ਕਿਸੇ ਵੀ ਪ੍ਰਸ਼ਾਸਨ ਨੂੰ ਮਿਲ ਕੇ ਕਹਿੰਦਾ ਵੀ ਅਸੀਂ ਵੀ ਕਿਸੇ ਦੀ ਤਲਾਸ਼ੀ ਨਹੀਂ ਕਰ ਸਕਦੇ, ਤੁਸੀਂ ਤਾਂ ਕੀ ਕਰਨੀ ਹੈ? ਹਾਂਜੀ। ਕੀ ਤੁਹਾਡੀ ਕਮੇਟੀ ਨੇ ਉਹਨਾਂ ਨੂੰ ਇਹ ਸਵਾਲ ਕੀਤਾ ਵੀ ਤੁਸੀਂ ਕਿਉਂ ਨਹੀਂ ਕਰ ਸਕਦੇ ਜਦੋਂ ਆਮ ਬਿਲਕੁਲ ਜੀ, ਅਸੀਂ ਹੁਣੇ ਸਾਡੇ ਨਾਲ ਮੌਜੂਦਾ ਸਰਪੰਚ ਸਾਹਿਬ ਖੜੇ ਆ ਸਾਡੇ ਕੋਲੇ ਦੁੱਲੇ ਇੱਥੋਂ ਦੇ ਬੁਰਜ ਗਿੱਲ ਦੇ। ਇਹ ਕਹਿੰਦੇ ਵੀ ਸਾਨੂੰ ਸਰਕਾਰ ਜਾਂ ਪ੍ਰਸ਼ਾਸਨ ਨੇ ਦੱਸੇ ਵੀ ਜਿਹੜੀ ਗ੍ਰਾਮ ਪੰਚਾਇਤ ਦਾ ਸਾਡਾ ਮਤਾ ਪੈਂਦਾ ਲੈਟਰ ਪੈਡ ਹੈ ਸਾਡੀ, ਉਹਦੀ ਕੋਈ ਵੈਲਿਊ ਹੈ ਜਾਂ ਨਹੀਂ, ਕਿਉਂਕਿ ਜਿੱਥੋਂ ਸਾਡੇ ਸੰਵਿਧਾਨ ਦੀ ਜੜ ਵੱਜਦੀ ਆ ਉਹ ਤਾਂ ਗ੍ਰਾਮ ਪੰਚਾਇਤ ਸਾਡੇ ਪਿੰਡ 'ਚੋਂ ਸ਼ੁਰੂ ਹੁੰਦੀ ਹੈ, ਫਿਰ ਗਾਹਾਂ ਵਾਲੀਆਂ ਇਲੈਕਸ਼ਨਾਂ ਆਉਂਦੀਆਂ ਮਿਊਨਿਸਪਲ ਕਮੇਟੀ ਦਾ। ਸਰਪੰਚ ਸਾਹਿਬ, ਤੁਸੀਂ ਇਹ ਨਹੀਂ ਸਵਾਲ ਕੀਤਾ ਵੀ ਫਿਰ ਜਿਹੜੀਆਂ ਇਸ ਵਾਰ ਚੋਣਾਂ ਹੋਣੀਆਂ ਵੀ ਉਹੀ ਕੈਨਸਲ ਕਰ ਦਿਓ ਜਦੋਂ ਪੰਚਾਇਤ ਨੇ ਕੁਝ ਕਰਨਾ? ਹਾਂ, ਫਿਰ ਤਾਂ ਇਹ ਬਣਦਾ ਹੀ ਆ ਰਾਈਟ। ਫਿਰ ਤਾਂ ਜੀ ਦੇਖੋ, ਫਿਰ ਤਾਂ ਤੁਹਾਡੇ ਮਿਹਨਤ ਅਸੀਂ ਕਹਿਣਾ ਚਾਹੁੰਦੇ ਅਸੀਂ, ਫਿਰ ਤਾਂ ਉਹਨਾਂ ਦਾ ਫਾਇਦਾ ਹੀ ਨਹੀਂ ਐਵੇਂ ਖਰਚ ਕਰਨ ਦਾ, ਲੋਕਾਂ ਦਾ ਦੇਖ ਭੇੜ ਕਰਾਉਣੇ ਆਪਾਂ ਹਨਾ। ਜਦੋਂ ਕੋਈ ਲੈਟਰ ਪੈਡ ਨਹੀਂ ਚੱਲਣੀ, ਉਹਦਾ ਮਤਾ ਨਹੀਂ ਚੱਲਣਾ, ਤੇ ਫਿਰ ਤਾਂ ਫਾਇਦਾ ਹੀ ਨਹੀਂ ਭੇੜ ਕਰਾਉਣ ਦਾ। ਫੈਸਲਾ ਨਹੀਂ ਲੈ ਸਕਦਾ। ਹਾਂ, ਤੇ ਇੱਕ ਦੇਖੋ ਜੀ, ਇਹ ਅੱਜ ਦੀ ਗੱਲ ਨਹੀਂ, ਦੇਖੋ ਮੇਰੀ ਮੰਨ ਲਓ 45 ਸਾਲ ਦੀ ਉਮਰ ਹੈ, ਅੱਜ ਤੱਕ ਵੀ ਕਿਸੇ ਸਰਪੰਚ ਦੀ ਮੈਂ ਨਹੀਂ ਮੰਨਦਾ ਵੀ ਲੈਟਰ ਪੈਡ ਨਾ ਚੱਲੀ ਹੋਵੇ। ਠੀਕ ਹੈ, ਮੈਥੋਂ ਪਹਿਲਾਂ ਬਥੇਰੇ ਸਰਪੰਚ ਬਣੇ, ਮੇਰੇ ਪਿੰਡ ਦੇ 4 ਵਾਰੀ ਸਰਪੰਚ ਬਣੇ ਆ। ਠੀਕ ਹੈ, ਸਾਰਾ ਕੰਮ ਲੈਟਰ ਪੈਡ ਤੇ ਹੁੰਦਾ ਨਾ, ਤੇ ਲੈਟਰ ਪੈਡ ਤੇ ਹੁਣ ਕੀਤਾ ਸੀ ਲੀਗਲ ਕੀ ਕਰਤਾ, ਵੀ ਗਲਤ ਕੀ ਕਰਤਾ ਸੀ ਹਨਾ। ਠੀਕ ਹੈ ਕਿ ਨਹੀਂ? ਅਸੀਂ ਤਾਂ ਜਿਹੜਾ ਕੋਈ ਮੰਨ ਲਓ ਸਾਨੂੰ ਸੰਵਿਧਾਨ ਦੇ ਵਿੱਚ ਹੱਕ ਦਿੰਦਾ ਉਹੀ ਕੁਝ ਲਿਖਿਆ ਸੀ। ਠੀਕ ਆ, ਅਸੀਂ ਬਕਾਇਦਾ ਆਪਦੀ ਜਿਹੜੀ ਪਰਚੀ ਆਉਂਦੀ ਸਾਡੀ ਪਹਿਰੇ ਦੀ ਉਹਦੇ ਤੇ ਵੀ ਲਿਖ ਕੇ ਭੇਜਦੇ ਹਾਂ ਵੀ ਕੋਈ ਦਾਰੂ ਪੀ ਕੇ ਨਾ ਆਵੇ, ਕੋਈ ਨਸ਼ਾ ਕਰਕੇ ਨਾ ਆਵੇ। ਠੀਕ ਹੈ, ਸਾਰੇ ਪਹਿਰੇ ਲਵਾਉਣੇ। ਜੇ ਹੁਣ ਮੰਨ ਕੇ ਚਲੋ ਕੋਈ ਬੰਦਾ ਆਪਦੀ ਖੱਤ ਦੇਖੋ ਜੀ, ਉਹ ਨਾ ਤਾਂ ਉਹਦਾ ਕੋਈ ਚਿੱਟਾ ਪੀਂਦਾ ਸੀਗਾ ਮੁੰਡੇ ਦਾ, ਤੇ ਨਾ ਕੋਈ ਮੰਨ ਲਾ ਉਹਦਾ ਬੱਚਾ 9 ਸਾਲ ਦਾ ਖਣੀ 10 ਸਾਲ ਦਾ ਬੱਚਾ। ਠੀਕ ਹੈ, ਨਾ ਕੋਈ ਉਹਦਾ ਆਪਦਾ ਨਿੱਜੀ ਕੰਮ ਸੀਗਾ। ਠੀਕ ਹੈ, ਪਹਿਰਾ ਲਾ ਰਿਹਾ, ਪਿੰਡ ਖਾਤਰ ਲਾ ਰਿਹਾ, ਲੋਕਾਂ ਖਾਤਰ ਲਾ ਰਿਹਾ ਸੀਗਾ। ਠੀਕ ਹੈ, ਉਹਦੀ ਜਾਨ ਗਵਾਈ ਗਈ ਹਨਾ। ਕੀ ਅਸੀਂ ਲੋਕ ਉਹਦੇ ਨਾਲ ਖੜ ਨਹੀਂ ਸਕਦੇ, ਉਹਦੇ ਪਰਿਵਾਰ ਦੇ ਨਾਲ ਮੁੜ ਕੇ ਤਾਂ ਨਹੀਂ ਲਿਆ ਸਕਦੇ ਸੀ। ਠੀਕ ਹੈ, ਜਦੋਂ ਪ੍ਰਮਾਤਮਾ ਨੇ ਕਰਨਾ ਸੀ ਹੋ ਗਿਆ ਹਨਾ, ਪਰ ਅਸੀਂ ਉਹਦੇ ਨਾਲ ਖੜ ਨਹੀਂ ਸਕਦੇ। ਜਿਹੜੇ ਲੋਕ ਚੰਗਾ ਕੰਮ ਕਰਦੇ ਆ, ਜੇ ਉਹ ਚੰਗਾ ਕੰਮ ਕਰਦਾ ਸੀ, ਠੀਕ ਹੈ, ਉਹ ਜਿਹੜੇ ਦੋਸ਼ੀ ਆ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਨਹੀਂ ਚਾਹੀਦੀ। ਸਰਪੰਚ ਸਾਹਿਬ, ਜਿਹੜੀ ਤੁਹਾਡੀ ਡਿਮਾਂਡ ਆ ਉਹ ਸਿਰਫ ਹੁਣ 15 ਲੱਖ ਰੁਪਇਆ ਤੇ ਨੌਕਰੀ ਆ,
ਹਾਂਜੀ 15 ਲੱਖ ਰੁਪਈਆ ਤੇ 10 ਲੱਖ ਰੁਪਈਆ ਜਿਹੜਾ ਬੱਚਾ ਉਹਦੇ ਨਾਂ ਤੇ ਹੋਣਾ ਚਾਹੀਦਾ ਹੈ। ਉਹਦੀ ਸਾਰੀ ਜਿਹੜੀ ਮੰਨ ਲਓ ਪੜ੍ਹਾਈ ਆ ਉਹ ਫ੍ਰੀ ਹੋਣੀ ਚਾਹੀਦੀ ਹੈ। ਜੇ ਕੋਈ ਮੈਡੀਕਲ ਸਹੂਲਤ ਆ ਉਹ ਵੀ ਫ੍ਰੀ ਹੋਣੀ ਚਾਹੀਦੀ ਹੈ। ਜੇ ਕੋਈ ਪਰਿਵਾਰ ਨੇ ਕਰਜ਼ਾ ਦੇਣਾ ਹੈ, ਉਸ ਪਰਿਵਾਰ ਨੇ ਕਰਜ਼ਾ ਦੇਣਾ ਉਹ ਵੀ ਸਾਰਾ ਉਹਦਾ ਲਿਖਿੱਤਰ ਵੱਜਣੀ ਚਾਹੀਦੀ ਹੈ। ਉਹ ਕੋਈ ਵੀ ਹੁਣ ਕਿਉਂਕਿ ਕਰਜ਼ਾ ਦੇਣ ਵਾਲਾ ਹੀ ਨਹੀਂ ਰਿਹਾ, ਕਰਜ਼ਾ ਕਿੱਥੋਂ ਦੇਣਗੇ ਉਹ? ਜਿਹਨੇ ਕਰੋੜਾਂ ਰੁਪਈਆ ਕਮਾਉਣਾ ਸੀਗਾ, ਜਵਾਨੀ ਦੇ ਵਿੱਚ ਮੁੰਡਾ ਸੀਗਾ, ਕਰੋੜਾਂ ਰੁਪਈਆ ਕਮਾਉਣਾ ਸੀ, ਉਹੀ ਚਲੇ ਗਿਆ ਜੀ। ਕਰਜ਼ਾ ਕਿਵੇਂ ਮੋੜ ਦੇਣਗੇ ਉਹ? ਕਿਹੜੀ ਬੈਂਕ ਦਾ ਕਰਜ਼ਾ ਮੋੜ ਦੇਣਗੇ ਜੀ ਦੱਸੋ? ਬੱਚਾ 9 ਸਾਲ ਦਾ ਜੀ, ਜਦੋਂ ਉਹ ਕਮਾਉਣ ਵਾਲਾ ਹੋਊਗਾ 18 ਸਾਲ ਦਾ, ਉਦੋਂ ਦਾ ਕਰਜ਼ਾ ਢੇਰੀਆਂ ਲੱਗ ਜਾਣਗੀਆਂ, ਪੰਡਾ ਵੱਧ ਜਾਣਗੀਆਂ। ਠੀਕ ਹੈ, ਸਾਡੀ ਬੇਨਤੀ ਹੈ ਸਰਕਾਰ ਨੂੰ ਉਹਨਾਂ ਦਾ ਕਰਜ਼ਾ ਮਾਫ ਹੋ ਜੇ। 9 ਲੱਖ ਰੁਪਇਆ 10 ਲੱਖ ਰੁਪਇਆ ਜਵਾਕ ਦੇ ਨਾਂ ਤੇ, 15 ਲੱਖ ਰੁਪਇਆ ਉਹਦੇ ਪਰਿਵਾਰ ਨੂੰ, ਤੇ ਸਾਰੀ ਪੜ੍ਹਾਈ ਫ੍ਰੀ ਤੇ ਮੈਡੀਕਲ ਦੀ ਸਹੂਲਤ ਉਹਨੂੰ ਫ੍ਰੀ ਹੋਣੀ ਚਾਹੀਦੀ ਹੈ। ਸਾਡੀ ਇੰਨੀ ਬੇਨਤੀ। ਹਾਂਜੀ, ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ, ਆਪਾਂ ਤੁਹਾਨੂੰ ਇਹ ਪਹਿਲਾਂ ਆਪਦੇ ਹਾਲਾਤਾਂ ਬਾਰੇ ਦੱਸਣਾ ਚਾਹੁੰਦੇ ਆ ਵੀ ਜਿੰਨੇ ਵੀ ਇੱਥੇ ਆਏ ਆ ਤਕਰੀਬਨ ਬੰਦੇ ਸਾਰੇ ਨਾਰਮਲ ਹੀ ਆ, ਮਤਲਬ ਆਪਦੇ ਗੁਜ਼ਾਰੇ ਮਸਾਂ ਚੱਲਦੇ ਆ। ਮਤਲਬ ਕਈ ਵਾਰੀ ਬਿੱਲ ਵੀ ਰਹਿ ਜਾਂਦੇ ਸਾਡੇ, ਭਰਨ ਵਾਲੇ ਖਰਚੇ ਨਹੀਂ ਚੱਲਦੇ। ਦਿਨ ਰਾਤ ਅਸੀਂ ਕੰਮ ਕਰਕੇ ਮਿਹਨਤ ਕਰਕੇ ਮੋਟਰਸਾਈਕਲਾਂ 'ਚ 10-10 15 'ਚ ਤੇਲ ਪਾ ਕੇ ਆਪਦੇ ਘਰੋਂ ਤੇ ਇਹਨਾਂ ਨੂੰ ਨਸ਼ਾ ਤਸਕਰ ਫੜ ਕੇ ਦਿੰਨੇ ਆ ਤੇ ਇਹ ਮਾੜਾ ਮੋਟਾ ਉਹਨਾਂ ਤੇ ਪਰਚਾ ਵੀ ਪਾ ਦਿੰਦੇ ਆ, 10-20 ਦਿਨਾਂ ਬਾਅਦ ਛੱਡ ਦਿੰਦੇ ਆ। ਇੱਕ ਤਾਂ ਇਹ ਬੇਨਤੀ ਹੈ ਵੀ ਸਾਲ ਭਰ ਤਾਂ ਬੰਦੇ ਨੂੰ ਜ਼ਰੂਰੀ ਹੈ ਨਾ ਲਵਾਇਆ ਜਾਵੇ, ਜਿੰਨੀ ਅਸੀਂ ਮਿਹਨਤ ਕਰਦੇ ਆ ਉਹਨਾਂ ਤੇ। ਦੂਜੀ ਗੱਲ ਇਹ ਆ ਵੀ ਸਰਕਾਰ ਨੇ ਇਹ ਸਾਨੂੰ ਮਾਨਤਾ ਪ੍ਰਾਪਤ ਦੇਵੇ। ਜੇ ਇਹਨਾਂ ਨੇ ਨਾ ਦਿੱਤੀ ਮਾਨਤਾ ਸਾਨੂੰ, ਸਾਡਾ ਜਿਹੜਾ ਸੰਘਰਸ਼ ਆ ਇਸੇ ਤਰ੍ਹਾਂ ਚਾਲੂ ਰਹੂ। ਕਿਵੇਂ ਜੀ? ਇੱਕ ਜੀ ਦੇਖੋ ਬਾਈ ਦੀ ਗੱਲ 'ਚ ਗੱਲ ਆ ਹਨਾ, ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਜੀ, ਦੇਖੋ ਜਿਹੜੇ ਲੀਗਲ ਨਸ਼ੇ ਸੀ, ਮੰਨ ਲਓ ਆਪਾਂ ਕਹਿੰਦੇ ਨਹੀਂ ਵੀ ਕੋਈ ਭੁੱਕੀ ਫੀਮ ਖਾਵੇ, ਉਹਦੇ ਨਾਲ ਬੰਦਾ ਤਾਂ ਨਹੀਂ ਮਰਦਾ ਕੋਈ, ਬੰਦਾ ਤਾਂ ਕੋਈ ਨਹੀਂ ਮਰਦਾ ਭੁੱਕੀ ਫੀਮ ਨਾਲ। ਉਹਦੀ ਜਿਹੜੀ ਹੈਵੀ ਕਵਰੀ ਰੱਖੀ ਵੀ ਹੈ, ਜਿਵੇਂ ਮੰਨ ਲਓ ਇਹਦੀ 250 ਗ੍ਰਾਮ ਰੱਖਤੀ, ਸਾਡੀ ਬੇਨਤੀ ਹੈ ਖਾਸ ਕਰਕੇ ਸਰਕਾਰ ਨੂੰ ਵੀ ਜਿਹੜੀ ਹੈਵੀ ਕਵਰੀ ਆ 50 ਗ੍ਰਾਮ ਕੀਤੀ ਜਾਵੇ, ਠੀਕ ਚਿੱਟੇ ਦੀ। ਠੀਕ ਹੈ, 250 ਗ੍ਰਾਮ ਤਾਂ ਮਿਲਦਾ ਹੀ ਨਹੀਂ ਜੀ। ਦੇਖੋ 250 ਗ੍ਰਾਮ ਤਾਂ ਘੱਟੋ ਘੱਟ 20 ਪਿੰਡ ਖਤਮ ਕਰ ਦੂਗਾ, ਮੈਂ ਪਹਿਲਾਂ ਹੀ ਬੋਲਿਆ ਸੀ ਨਾ। ਤੇ ਇਹ ਸਾਡੀ ਬੇਨਤੀ ਹੈ ਜੀ ਇੱਕ, ਵੀ ਇਹ 250 ਗ੍ਰਾਮ ਤੋਂ ਘਟਾ ਕੇ ਥੱਲੇ ਕੀਤੀ ਜਾਵੇ। ਰਾਤ ਦੀ ਘਟਨਾ ਇਹ ਸੀਗੀ ਜੀ ਕਿ ਰਾਤ ਸਾਡੇ ਮੁੰਡੇ ਜਸਵੀਰ ਸਿੰਘ ਜਿਹਦੀ ਡੈਥ ਹੋਈ ਆ, ਉਹ ਮੌਕੇ ਤੇ ਰਾਤ ਪਹਿਰੇ ਤੇ ਸੀਗਾ ਤੇ ਪਹਿਰੇ ਦੌਰਾਨ ਉਹਦੀ ਕੋਈ 2 ਬੰਦੇ ਮੁੰਡੇ ਡੋਡਾਂ ਦੇ ਉੱਤੋਂ, ਪਿੰਡ ਡੋਡ ਤੋਂ ਸੀਗੇ, ਉਹਨਾਂ ਦੀ ਉਹਦੇ ਨਾਲ ਝਪਟ ਹੁੰਦੀ ਆ ਪਹਿਰੇ ਤੇ ਚੈਕਿੰਗ ਕਰਨ ਦੌਰਾਨ। ਤੇ ਉਹਨਾਂ ਟਾਈਮਾਂ ਦੇ ਵਿੱਚ ਕੁਝ ਮਿੰਟਾਂ ਦੇ ਵਿੱਚ ਉਹਨਾਂ ਜਦੋਂ ਤਕਰਾਰਬਾਜੀ ਹੁੰਦੀ ਹੈ ਤੇ ਉਹਨਾਂ ਕੋਲੇ ਕੋਈ ਨਕੀਲਾ ਕੋਈ ਤੇਜ਼ਧਾਰ ਹਥਿਆਰ ਸੀਗਾ, ਉਹਦੇ ਉਸ ਇਹੋ ਜਿਹੀ ਥਾਂ ਲੱਗ ਗਿਆ ਕਿ ਉਹਦੇ ਮੌਕੇ ਤੇ ਮੌਤ ਹੋ ਗਈ ਸੀ। ਤੇ ਮੌਕੇ ਤੇ ਮੌਤ ਹੋਣ ਕਾਰਨ ਉਹ ਤੋਂ ਬਾਅਦ ਅਸੀਂ ਰਾਤ ਨੂੰ ਹਸਪੀਟਲ ਲੈ ਕੇ ਗਏ। ਉਹ ਤੋਂ ਬਾਅਦ ਫਿਰ SHO ਸਾਹਿਬ ਨਾਲ ਮਿਲ ਕੇ ਜਿਹੜਾ ਮੁੰਡਾ ਇੱਕ ਮੌਕੇ ਤੇ ਅਰੈਸਟ ਕਰ ਲਿਆ ਸੀ, ਇੱਕ ਦੀ ਬਾਅਦ ਦੇ ਵਿੱਚ ਅਰੈਸਟ ਪਈ ਆ। ਹਾਂਜੀ। ਸੋ ਉਹਦੇ ਪਰਿਵਾਰ ਦੀ ਗੱਲ ਕਰੀ ਤਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਕੌਣ-ਕੌਣ ਨੇ? ਉਹਦੇ ਪਰਿਵਾਰ ਦੇ ਵਿੱਚ ਦੇਖੋ ਉਹਦਾ ਬ੍ਰਦਰ ਹੈਗਾ, ਵੱਡਾ ਭਾਈ ਆ ਉਹਦੀ ਫੈਮਿਲੀ ਆ, ਤੇ ਇਹਦਾ ਜਿਹੜਾ ਵੀਰ ਦਾ ਡੈਥ ਹੋਈ ਆ ਉਹਦੇ ਇੱਕ ਬੇਟਾ ਹੀ ਆ ਜੀ। ਇਹ ਦੋਨੇ ਜਣੇ ਸੀਗੇ ਤੇ ਕੁਝ ਫੈਮਿਲੀ ਡਿਸਪਿਊਟ ਕਰਨ ਉਹਨਾਂ ਦੀ ਮੈਸੇਜ ਹੈ ਨਹੀਂ ਕਿ ਇੱਥੇ। ਦੇਖੋ ਰਾਜਨੀਤੀ ਤੇ ਦੇਖੋ ਅਸੀਂ ਪਹਿਲਾਂ ਵੀ ਕਹੀ ਜਾਂਦੇ ਆ ਵੀ ਜਿਹੜਾ ਸਾਡਾ ਸਾਥ ਦੇਊਗਾ ਉਹ ਸਾਡੇ ਲਈ ਚੰਗਾ, ਸਾਡੇ ਲਈ ਜਿਹੜਾ ਮੌਕੇ ਤੇ ਖੜੂਗਾ। ਵੇਖੋ ਮੌਕੇ ਦੇ ਉੱਤੇ ਉਹ ਰਾਤ ਹਸਪੀਟਲ ਦੇ ਵਿੱਚ ਵੀ ਪਹੁੰਚੇ, ਉਹਨਾਂ ਨੇ ਜਾਇਜ਼ਾ ਲਿਆ ਰਾਤ ਆ ਕੇ ਵੀ ਕੀ ਗੱਲਬਾਤ ਹੈ, ਉਹਨਾਂ ਨੇ ਭਰੋਸਾ ਵੀ ਦਿਵਾਇਆ ਪੂਰਨ ਤੌਰ ਤੇ। ਪਰ ਗੱਲ ਤਾਂ ਇੱਥੋਂ ਤੱਕ ਖੜਦੀ ਹੈ ਕਿ ਦੇਖੋ ਜੇ ਭਰੋਸੇ ਹਨਾ, ਪਹਿਲਾਂ ਵੀ ਸਰਕਾਰਾਂ ਬਣੀਆਂ ਹੁਣ ਵੀ ਬਣੀਆਂ, ਦੇਖੋ 2 ਸਰਕਾਰਾਂ ਜਾਂ ਕਿਵੇਂ ਵੀ ਆ, ਪਹਿਲਾਂ ਨਸ਼ੇ ਦੇ ਮੁੱਦੇ ਤੇ ਲੈ ਕੇ ਆਈਆਂ ਸੀ, ਇਹ ਵੀ ਮੁੱਦੇ ਨਸ਼ੇ ਦੇ ਮੁੱਦੇ ਤੇ, ਪਰ ਮਰ ਤਾਂ ਸਾਡੇ ਲੋਕ ਅੱਜ ਵੀ ਰਹੇ ਆ ਜੀ। ਹੁਣ ਦੇਖ ਲਓ ਜਿਹੜੇ ਰਾਖੇ ਆ ਉਹ ਤਾਂ ਸ਼ਹੀਦੀਆਂ ਦੇਈ ਜਾਂਦੇ ਆ। ਪਹਿਲਾਂ ਮੁੰਡਾ ਢਿਲਮਾ ਤੋਂ ਸੀਗਾ ਫਰੀਦਕੋਟ ਜ਼ਿਲ੍ਹੇ ਦੇ ਵਿੱਚ, ਉਹਦੀ ਡੈਥ ਹੋ ਗਈ। ਹੁਣ ਇਹ ਸਧਾਣੇ ਪਿੰਡ ਦੇ ਵਿੱਚ ਘਟਨਾ ਹੋ ਗਈ। ਤੇ ਪ੍ਰਸ਼ਾਸਨ ਨੂੰ ਤਾਂ ਸਾਡੀ ਇਹੀ ਉਹ ਆ ਕਿ ਵੀ ਅਸੀਂ ਪਿੰਡਾਂ ਦੇ ਵਿੱਚ ਉੱਠ ਕੇ ਆਪ ਮੁਹਾਰੇ ਦਿਨਾਂ ਨੂੰ ਅਸੀਂ ਦਿਹਾੜੀਆਂ ਕਰਕੇ ਜਾਂ ਕੰਮ ਧੰਦੇ ਖੇਤਾਂ ਵਿੱਚ ਕਰਕੇ ਪਹਿਰੇ ਲਾਉਣੇ ਆ, ਤੇ ਰਾਤ ਨੂੰ ਵੀ ਉਹੀ ਗੱਲ ਵੀ ਪਹਿਰੇ ਲਾਉਣੇ ਆ ਰਾਤ ਨੂੰ। ਤੇ ਉਹਦੇ ਕਾਰਨ ਵੀ ਸਾਨੂੰ ਆਪ ਮੁਹਾਰੇ ਉੱਠਣਾ ਪੈ ਰਿਹਾ, ਤੇ ਪ੍ਰਸ਼ਾਸਨ ਕੀ ਕਰ ਰਿਹਾ ਹੈਗਾ। ਤੇ ਅੱਗੋਂ ਪ੍ਰਸ਼ਾਸਨ ਤੋਂ ਹੁਣ ਡਿਪਟੀ ਸਾਹਿਬ ਨਾਲ ਸਾਡੀ ਮੁਲਾਕਾਤ ਹੋਈ ਸੀ, ਉਹਨਾਂ ਨੇ ਸਾਨੂੰ ਕਹਿੰਦੇ ਵੀ ਤੁਹਾਨੂੰ ਅਧਿਕਾਰ ਨਹੀਂ, ਤੁਸੀਂ ਚੈਕਿੰਗ ਨਹੀਂ ਕਰ ਸਕਦੇ। ਜੇ ਹੁਣ ਕਿਸੇ ਮੰਨ ਕੇ ਚਲੋ ਵਿਅਕਤੀ ਦੀ ਆਪਾਂ ਰਾਤ ਨੂੰ ਚੈਕਿੰਗ ਹੀ ਨਾ ਕਰਾਂਗੇ, ਬਾਹਰੋਂ ਵਿਅਕਤੀ ਆਪਾਂ ਨੂੰ ਪਤਾ ਵੀ ਇਹ ਵਿਅਕਤੀ ਆਪਣੇ ਪਿੰਡ ਦਾ ਨਹੀਂ, ਉਹਨੂੰ ਪੁੱਛਗਿੱਛ ਕਰਨੀ ਆ, ਪੁੱਛਗਿੱਛ ਕਰਨ ਨੂੰ ਜੇ ਆਪਾਂ ਉਹਨੂੰ ਰੋਕ ਹੀ ਨਹੀਂ ਸਕਦੇ ਤਾਂ ਫਿਰ ਪਹਿਰੇ ਲਾਉਣ ਦਾ ਜਾਂ ਕਮੇਟੀਆਂ ਬਣਾਉਣ ਦਾ ਵੀ ਕੀ ਫਾਇਦਾ ਗਾ। ਹਾਂਜੀ। ਸੋ ਤੁਹਾਨੂੰ ਕੀ ਲੱਗਦਾ ਹੈ ਵੀ ਇਹ ਚੀਜ਼ਾਂ ਸੇਫ ਹੋਣਗੀਆਂ ਅੱਗੇ ਵਾਸਤੇ? ਜਿੱਦਾਂ ਅੱਗੇ ਤੋਂ ਕੋਈ ਕਮੇਟੀ ਦੇ ਵਿੱਚ ਜਿਹੜਾ ਮੈਂਬਰ ਜੁੜਨਾ ਚਾਹੂਗਾ ਉਹ ਜੁੜੂਗਾ ਇਸ ਨਾਲ? ਉਹੀ ਕਰ ਰਹੇ ਨਾ ਜੀ, ਕਿਉਂਕਿ ਦੇਖੋ ਹੁਣ ਪਿੰਡ ਕਮੇਟੀਆਂ ਬਣੀਆਂ ਨੇ, ਅੱਜ ਵੀ 5-7 ਪਿੰਡਾਂ ਦੀਆਂ ਵਿੱਚ ਕਮੇਟੀਆਂ ਦਾ ਗਠਨ ਕਰਨਾ ਸੀਗਾ, ਤੇ ਸਾਰੇ ਅਸੀਂ ਜਿੰਨੇ ਵੀ ਸਾਡੇ ਪ੍ਰੋਗਰਾਮ ਸੀ ਅਸੀਂ ਕੈਂਸਲ ਕਰਕੇ ਅੱਜ, ਕਿਉਂਕਿ ਇਹ ਵੀ ਸਾਡਾ ਪਰਿਵਾਰ ਆ ਜੀ। 52 ਕਮੇਟੀਆਂ ਸਾਰੀਆਂ ਇੱਕ ਸੱਦੇ ਦੇ ਉੱਤੇ, ਇੱਕ ਰਿੰਗ ਦੇ ਉੱਤੇ ਇਕੱਠੀਆਂ ਹੁੰਦੀਆਂ। ਅੱਜ ਅਸੀਂ ਉਸ ਭਰਾ ਦੇ ਨਾਲ ਹਮਦਰਦੀ ਦੇ ਤੌਰ ਤੇ ਵੀ ਖੜੇ ਆ, ਤੇ ਜਿੱਥੋਂ ਤੱਕ ਵੀ ਸਾਨੂੰ ਜਿਵੇਂ ਵੀ ਜੇ ਸਾਡੀ ਕਾਨੂੰਨ ਨਾ ਕੋਈ ਸਹਾਇਤਾ ਕਰੂਗਾ ਜਾਂ ਕਾਨੂੰਨ ਸਾਡੀ ਨਾ ਸੁਣਵਾਈ ਕਰੂਗਾ, ਜਿੱਥੋਂ ਤੱਕ ਵੀ ਸਾਨੂੰ ਜਾਣਾ ਪਿਆ, ਸਾਨੂੰ ਜੋ ਕਰਨਾ ਪਿਆ ਅਸੀਂ ਕਰਾਂਗੇ ਜੀ।
ਹਾਂਜੀ। ਸੋ ਇਸ ਚੀਜ਼ ਦੇ ਨਾਲ ਮਤਲਬ ਕਈ ਵਾਰੀ ਲੋਕ ਡਰ ਵੀ ਜਾਂਦੇ ਆ ਵੀ ਕਤਲ ਹੋ ਰਹੇ ਆ ਵਾਰ-ਵਾਰ ਤੇ ਅਸੀਂ ਕਮੇਟੀ ਦੇ ਵਿੱਚ ਨਹੀਂ ਜੁੜਨਾਗਾ। ਤੁਹਾਨੂੰ ਕੀ ਲੱਗਦਾ ਇਸ ਚੀਜ਼ ਨੂੰ ਲੈ ਕੇ? ਦੇਖੋ ਜੀ, ਇਦੋਂ ਪਹਿਲਾਂ ਢਲਮਾ ਉੱਥੇ ਕਤਲ ਹੋਇਆ। ਹੁਣ ਜਿੱਤਾ ਜੀ ਆਪਾਂ ਗੱਲ ਕਰੀਏ ਤਾਂ ਰਾਤ ਸਾਡਾ ਭਰਾ, ਸਾਡਾ ਜਿਹੜਾ ਜ਼ਿੰਮੇਵਾਰ ਨਾਗਰਿਕ ਸੀਗਾ ਪਿੰਡ ਸਿਧਾਣੇ ਤੋਂ, ਜਸਵੀਰ ਸਿੰਘ, ਉਹ ਆਪਦੇ ਪਹਿਰੇ ਤੇ ਡਿਊਟੀ ਨਿਭਾ ਰਿਹਾ ਸੀਗਾ। ਕਿਉਂਕਿ ਇਹ ਬਈ ਜਿਹੜਾ ਮੁਲਾਜ਼ਮਾਂ ਦਾ ਕੰਮ ਸੀਗਾ, ਪੁਲਿਸ ਵਾਲਿਆਂ ਦਾ ਕੰਮ ਸੀ, ਉਹ ਪਿੰਡ ਕਰ ਰਹੇ ਆ ਹੁਣ। ਤਾਂ ਲੋਕ ਉੱਠ ਕੇ ਇਹ ਨਸ਼ੇ ਦੇ ਮੁੱਦੇ ਤੇ ਇਕੱਠੇ ਹੋਏ ਹੈਗੇ। ਇੱਕ ਜਿਹਦਾ ਕੋਈ ਨੇੜੇ ਤੇੜੇ ਵੀ ਕੋਈ ਨਸ਼ਾ ਨਹੀਂ ਕਰਦਾ ਸੀਗਾ ਤਾਂ ਉਹ ਇੱਕ ਸਮਾਜ ਲਈ ਖੜਾ ਹੋਇਆ ਸੀਗਾ। ਉਹ ਬੰਦੇ ਦੀ ਮੌਤ ਹੋ ਜਾਂਦੀ ਹੈਗੀ ਤੇ ਇੱਕ ਮਾੜੇ ਅਨਸਰ ਆ ਕੇ ਮੌਤ ਕਰ ਜਾਂਦੇ ਆ ਉਹਦੀ। ਤਾਂ ਪ੍ਰਸ਼ਾਸਨ ਸਾਨੂੰ ਅੱਗੋਂ ਕੀ ਕਹਿੰਦਾ ਗਾ ਵੀ ਤੁਸੀਂ ਚੈਕਿੰਗ ਨਹੀਂ ਕਰ ਸਕਦੇ। ਤੇ ਜੇ ਅਸੀਂ ਨਹੀਂ ਕਰ ਸਕਦੇ, ਤੁਸੀਂ ਆਪਦੀ ਡਿਊਟੀ ਨਿਭਾਓ, ਸਾਨੂੰ ਕਿਉਂ ਕਰਨਾ ਪੈ ਰਿਹਾ ਗਾ? ਵਜ੍ਹਾ ਤਾਂ ਤੁਸੀਂ ਹੈ ਨਾ। ਤਾਂ ਇਹ ਚੀਜ਼ ਦਾ ਸਾਨੂੰ ਥੋੜ੍ਹਾ ਜਿਹਾ ਗੁੱਸਾ ਵੀ ਆਇਆ ਵੀ ਯਾਰ ਜਿਹੜਾ ਕੰਮ ਤੁਹਾਡਾ ਸੀਗਾ ਕਰਨ ਦਾ, ਤੁਸੀਂ ਤਨਖਾਹਾਂ ਲੈ ਕੇ ਨਹੀਂ ਕਰ ਰਹੇ, ਅਸੀਂ ਫ੍ਰੀ 'ਚ ਕਰ ਰਹੇ ਹੈਗੇ। ਤੇ ਉਲਟਾ ਸਾਨੂੰ ਸਾਡਾ ਇੱਕ ਮਾਂ ਦਾ ਪੁੱਤ ਚਲਿਆ ਗਿਆ, ਇੱਕ ਬੱਚੇ ਦਾ ਪਿਓ ਚਲਿਆ ਗਿਆ ਸਾਡੇ ਕੋਲੋਂ। ਤਾਂ ਉਲਟਾ ਸਾਨੂੰ ਸਵਾਲ ਇਸ ਤਰੀਕੇ ਦੇ ਕੀਤੇ ਜਾ ਰਹੇ ਵੀ ਤੁਸੀਂ ਚੈਕਿੰਗ ਨਹੀਂ ਕਰ ਸਕਦੇ। ਜਿਹੜੀ ਗੱਲ ਤੁਸੀਂ ਕਰੀ ਹੈ ਵੀ ਲੋਕ ਹੁਣ ਜਾਗ ਚੁੱਕੇ ਆ। ਆਹ ਚੀਜ਼ ਨਾਲ ਹੋਰ ਮੇਰੇ ਹਿਸਾਬ ਨਾਲ ਗਾਹਾਂ ਲੋਕ ਉੱਠ ਕੇ ਖੜੇ ਹੋਣਗੇ ਵੀ ਅਸੀਂ ਆਪਦੇ ਪੁੱਤ, ਅਸੀਂ ਜਾਨਾਂ ਦੇਣ ਲਈ ਅਸੀਂ ਵੀ ਖੜੇ ਹਾਂ। ਸਾਡੇ ਨਾਲ ਜਿੰਨੇ ਕਮੇਟੀਆਂ ਵਾਲੇ ਅਸੀਂ ਹੋਰ ਖੜੇ ਹਾਂ, ਚਾਹੇ ਜਿੰਨੇ ਮਰਜ਼ੀ ਮਰ ਜਾਈਏ, ਪਰ ਅਸੀਂ ਨਸ਼ੇ ਰਾਹੀਂ ਪੁੱਤ ਨਹੀਂ ਮਰਨ ਦੇਣੇ। ਤੇ ਜਿਹੜਾ ਰਾਤ ਦੁਰਘਟਨਾ ਹੋਈ ਹੈਗੀ, ਇਹ ਤੇ ਸਾਰੀਆਂ ਕਮੇਟੀਆਂ ਵੀ ਇੱਕਸਾਰ ਹੈ, ਕਿਸਾਨ ਜਥੇਬੰਦੀਆਂ ਵੀ, ਜੋ ਵੀ ਸਮਾਜ ਦੇ ਲਈ ਚੰਗਾ ਸੋਚਣ ਵਾਲੇ ਸਮਾਜ ਸੇਵੀ ਆ, ਉਹ ਵੀ ਅਸੀਂ ਜਿੱਥੋਂ ਤੱਕ ਸਾਥੋਂ ਜਾਇਆ ਗਿਆ ਸਰਕਾਰ ਨਾਲ ਮੱਥਾ ਲਾਵਾਂਗੇ ਅਸੀਂ, ਪਰ ਇਹਦਾ ਇਨਸਾਫ ਲੈ ਕੇ ਰਹਾਂਗੇ। ਪਰ ਸਰਕਾਰ ਤਾਂ ਕਹਿੰਦੀ ਸੀ ਵੀ ਅਸੀਂ 3 ਮਹੀਨੇ ਦੇ ਵਿੱਚ ਨਸ਼ਾ ਖਤਮ ਕਰ ਦਾਂਗੇ, ਪਰ ਉਹਨਾਂ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ। ਦੇਖੋ ਜੀ, ਕਹਿਣੀ ਤੇ ਕਰਨੀ 'ਚ ਫਰਕ ਹੈ। ਲੋਕ ਕਰਨ ਲੱਗੇ ਹੋਏ ਆ, ਉਹ ਅੱਜ ਵੀ ਕਹਿ ਹੀ ਰਹੇ ਆ। ਜਿੱਥੋਂ ਤੱਕ ਬਲਕਾਰ ਦੀ ਗੱਲ ਹੈ, ਮੈਂ ਉਹਨੂੰ ਨੇੜਿਓਂ ਦੇਖਿਆ ਐਮਐਲਏ ਸਾਹਿਬ ਨੂੰ, ਕਿਉਂਕਿ ਉਹਨਾਂ ਨੇ ਉਹ ਦਰਦੀ ਹੈ। ਪਹਿਲੇ ਦਿਨ ਤੋਂ ਜਿੱਦੇ ਅਸੀਂ ਪਹਿਲਾਂ ਮੈਂ ਸ਼ੁਰੂਆਤ ਕਰੀ ਸੀਗੀ, ਉਸ ਦਿਨ ਤੋਂ ਮੈਨੂੰ ਜੇ ਹੱਲਾਸ਼ੇਰੀ ਦਿੱਤੀ ਤਾਂ ਉਸ ਇਨਸਾਨ ਨੇ ਦਿੱਤੀ। ਉਸ ਦਿਨ ਤੋਂ ਪਹਿਲੇ ਦਿਨ ਤੋਂ ਨਾਲ ਖੜਾ, ਰਾਤ ਵੀ ਉਹਨੇ ਪੁੱਬਾ ਮਾਰ ਕੇ ਰੋਇਆ। ਅੱਜ ਤੱਕ ਦਾ ਕੋਈ ਕਿਤੇ ਵੀ ਤੁਸੀਂ ਦੇਖ ਲਓ ਵੀ ਕੋਈ ਐਮਐਲਏ ਜਾ ਕੇ ਮੌਕੇ ਤੇ ਪਬਲਿਕ ਵਿੱਚ ਖੜਾ ਹੋਵੇ। ਜਿਹੜੀ ਗੱਲ ਕਹਿਣ ਵਾਲੀ ਹੈ, ਪਾਰਟੀ ਵਾਈ ਤੋਂ ਉੱਪਰ ਉੱਠ ਕੇ ਤੁਰੇ ਆ ਤੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਗੱਲ ਕਰਾਂਗੇ ਵੀ ਜੇ ਉਹ ਦੁੱਖ ਮਨਾਇਆ, ਉਹਨੇ ਆ ਕੇ ਪਬਲਿਕ ਦੇ ਵਿੱਚ ਮਨਾਇਆ, ਤੇ ਜੇ ਉਹ ਕਹਿੰਦਾ ਤਾਂ ਉਹ ਕਰਵਾਉਣ ਦਾ ਵੀ ਹੱਕਦਾਰ ਆ ਵੀ ਉਹਨੂੰ ਕਰਵਾਵੇ, ਵੀ ਇਕੱਲਾ ਬਿਆਨਾਂ 'ਚ ਨਾ ਰਹਿ ਜੇ ਕੰਮ। ਇੱਕ ਵਾਰ ਉਹਨੂੰ ਫੇਰ ਬੇਨਤੀ ਕਰਦੇ ਹਾਂ ਅਸੀਂ ਵੀ ਇਹ ਬਿਆਨਾਂ 'ਚ ਨਾ ਹੋਵੇ। ਜਿਵੇਂ ਹੁਣ ਤੱਕ ਤੋਂ ਕਮੇਟੀਆਂ ਦਾ ਸਾਥ ਦਿੱਤਾ ਹੈ, ਸਾਨੂੰ ਤੇਰੇ ਤੇ ਵਿਸ਼ਵਾਸ ਹੈ, ਤੈਨੂੰ ਸਾਡੇ ਤੇ ਵਿਸ਼ਵਾਸ ਹੈ, ਤਾਂ ਆਪਾਂ ਇਹਨੂੰ ਸਿਰੇ ਲਾਉਣਾ। ਜਿਹੜਾ ਦਾ ਬਣਦਾ ਹੱਕ ਹੈਗਾ, ਉਸ ਪਿਓ ਦਾ ਪੁੱਤ ਦਾ ਜਿਹੜਾ ਪਿਓ ਦਾ ਫਰਜ਼ ਸੀ ਉਹਨੇ ਨਿਭਾਇਆ, ਤੇ ਹੁਣ ਪੁੱਤ ਦਾ ਫਰਜ਼ ਇਹ ਵੀ ਨਿਭਾਵੇ ਜਿਹੜਾ ਕਿ ਦੇਸ਼ ਲਈ ਤੁਰੇ ਹਾਂ ਅਸੀਂ। ਸੋ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ, ਜਿਹੜੀ ਘਟਨਾ ਹੋਈ ਆ, ਕਮੇਟੀ ਜਿਹੜੀ ਬਣਾਈ ਗਈ ਨਸ਼ਾ ਵਿਰੁੱਧ, ਤੇ ਜਿਹੜਾ ਮਤਲਬ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਹੈ? ਦੇਖੋ, ਜਿਹੜਾ ਇਹ ਕਤਲ ਹੋਇਆ, ਅਸੀਂ ਤੇ ਇਹ ਕਹਾਂਗੇ ਸਿੱਧੇ ਸ਼ਬਦਾਂ ਦੇ ਵਿੱਚ ਵੀ ਇਸ ਕਤਲ ਦੀ ਦੋਸ਼ੀ ਸਰਕਾਰ ਹੈ ਤੇ ਪ੍ਰਸ਼ਾਸਨ ਹੈ। ਕਿਉਂਕਿ ਜਿਹੜੀ ਲੜਾਈ ਪ੍ਰਸ਼ਾਸਨ ਨੇ ਤੇ ਸਰਕਾਰਾਂ ਨੇ ਲੜਨੀ ਸੀ, ਜਿਹੜੇ ਸਾਡੇ ਨਾਲ ਮਤਲਬ ਦਾਅਵੇ ਕਰਕੇ ਸਰਕਾਰ ਵਾਅਦੇ ਕਰਕੇ ਆਈ ਸੀਗੀ, ਹੈ ਨਾ, ਕਿ ਅਸੀਂ ਨਸ਼ੇ ਖਤਮ ਕਰਾਂਗੇ, ਇਹ ਲੋਕਾਂ ਦਾ ਆਪਣੇ ਲੋਕਾਂ ਦਾ ਰਾਜ ਹੋਊਗਾ, ਉਹ ਅੱਜ ਕਿੱਥੇ ਗਈਆਂ ਗੱਲਾਂ? ਅੱਜ ਇਹ ਲੜਾਈ ਸਾਨੂੰ ਜਿੱਥੇ ਸਾਨੂੰ, ਮੈਂ ਅੱਗੇ ਕਈ ਵਾਰੀ ਕਹਿ ਚੁੱਕਾ ਵੀ ਜਿੱਥੇ ਸਾਨੂੰ ਪਿਛਲੀਆਂ ਸਰਕਾਰਾਂ ਨੂੰ ਪਾਸੇ ਕਰਨ ਵਾਸਤੇ ਲੋਕ ਲਹਿਰ ਖੜੀ ਕਰਨੀ ਪਈ, ਜਿਹੜੇ ਅਕਾਲੀ ਇਹ ਨਸ਼ਾ ਲੈ ਕੇ ਆਏ, ਉਹ 25 ਸਾਲ ਰਾਜ ਕਰਨ ਦਾ ਦਾਅਵਾ ਉਹਨੇ ਕੀਤਾ, ਪਰ ਲੋਕਾਂ ਨੇ ਜਦੋਂ ਲੋਕਾਂ ਦੇ ਮਤਲਬ ਉਮੀਦਾਂ ਤੇ ਖਰੇ ਨਹੀਂ ਉਤਰੇ ਤੇ ਲੋਕਾਂ ਨੂੰ ਪਿੱਛੇ ਕਰਤੇ। ਫਿਰ ਕੈਪਟਨ ਸਰਕਾਰ ਆਈ 4 ਹਫ਼ਤਿਆਂ ਦਾ 4 ਮਹੀਨਿਆਂ ਦਾ ਟਾਈਮ ਲੈ ਕੇ ਕਿ ਮੈਂ ਸਹੁੰ ਖਾਨਾ ਹੈ, ਮੈਂ ਨਸ਼ੇ ਖਤਮ ਕਰ ਦੂੰ। ਉਹਨੇ ਵੀ ਨਹੀਂ ਹੋਇਆ। ਲੋਕਾਂ ਨੇ ਅੱਕੇ ਹੋਇਆ ਨੇ ਉਹ ਲੋਕ ਪਿੱਛੇ ਕਰਤੇ ਜਿਹੜੇ 20 50 ਸਾਲ ਰਾਜ ਕਰਦੀਆਂ ਗੱਲਾਂ ਕਰਦੇ ਸੀ। ਉਸ ਤੋਂ ਬਾਅਦ ਬਦਲਾਅ ਦੇ ਵਿੱਚ ਲੋਕ ਅੱਕੇ ਹੋਏ ਨੇ। ਜਦੋਂ ਸਿਰੋਂ ਪਾਣੀ ਲੰਘ ਗਿਆ ਤਾਂ ਉਹਨਾਂ ਨੇ ਦੋਨੇ ਪਾਰਟੀਆਂ ਪਾਸੇ ਕਰਕੇ ਕਿ ਨਵਿਆਂ ਨੂੰ ਐਕਸੈਪਟ ਕੀਤਾ, ਮੌਕਾ ਦਿੱਤਾ ਵੀ ਤੁਸੀਂ ਸ਼ਾਇਦ ਜਿਹੜੇ ਵਾਅਦੇ ਕਰ ਰਹੇ ਹੋ ਵੀ ਘਰ ਘਰ 'ਚ ਅਸੀਂ ਚੁੱਲ੍ਹਾ 'ਚ ਅੱਗ ਬਾਲਾਂਗੇ, ਇਹ ਕਰਾਂਗੇ, ਉਸੇ ਭਗਵੰਤ ਮਾਨ ਨੂੰ ਲੋਕਾਂ ਨੇ ਵੋਟਾਂ ਪਾਈਆਂ। ਅੱਜ ਪੌਣੇ 2 ਸਾਲ 1.5 ਸਾਲ ਹੋ ਗਿਆ ਉਹਨਾਂ ਨੂੰ ਸਰਕਾਰ ਆਈ ਨੂੰ, ਨਸ਼ਾ ਹੋਰ ਵਧੀ ਜਾ ਰਿਹਾ, ਵਧਣਾ ਤੇ ਵਧਣਾ। ਮਤਲਬ 2 ਮਹੀਨਿਆਂ ਦੇ ਵਿੱਚ 2 ਮੁੰਡਿਆਂ ਦੀ ਤੇ ਮੌਤ ਹੋ ਗਈ ਆ। ਜਿਹੜੀ ਢਲਵਾਂ ਪਿੰਡ ਦੇ ਵਿੱਚ ਗੋਲੀ ਮਾਰੀ ਗਈ, ਅੱਜ ਸਾਡੇ ਰਾਜ ਸਧਾਣੇ ਪਿੰਡ ਹੋ ਗਈ ਆ। ਤੇ ਅਸੀਂ ਤਾਂ ਇਹ ਕਹਿੰਦੇ ਵੀ ਇਸ ਚੀਜ਼ ਦੋਸ਼ੀ ਕੋਈ ਸਰਕਾਰ ਤੇ ਪ੍ਰਸ਼ਾਸਨ ਹੈ। ਇਸ ਕਤਲ ਦੀ ਦੋਸ਼ੀ ਸਰਕਾਰ ਤੇ ਪ੍ਰਸ਼ਾਸਨ ਹੈ। ਇਹ ਲੋਕਾਂ ਦੀ ਇਹਨਾਂ ਲੜਾਈ ਸੀਗੀ ਸਰਕਾਰ ਦੀ ਤੇ ਪ੍ਰਸ਼ਾਸਨ ਦੀ, ਲੋਕਾਂ ਦੇ ਗਲ ਪਾਤੀ ਆ ਤੇ ਲੋਕ ਅੱਕ ਕੇ ਖੜੇ ਹੋ ਗਏ ਆ। ਸਾਡਾ ਸਾਰਾ ਰਾਮਪੁਰਾ ਫੂਲ ਹਲਕਾ 50 ਕਮੇਟੀਆਂ ਅਸੀਂ ਬਣਾ ਚੁੱਕੇ, ਐਂਟੀ ਡਰੱਗ ਫੋਰਸ ਕਮੇਟੀਆਂ ਜਿਹੜੀਆਂ, ਤੇ 50 ਪਿੰਡ ਖੜੇ ਹੋਏ ਇਸ ਗੱਲ ਤੇ। ਜਿੱਥੋਂ ਤੱਕ ਕਤਲਾਂ ਦੀ ਗੱਲ ਹੈ, ਸਰਕਾਰ ਜ਼ਿੰਮੇਵਾਰ ਹੈ, ਪ੍ਰਸ਼ਾਸਨ ਜ਼ਿੰਮੇਵਾਰ ਹੈ। ਤੇ ਸਾਨੂੰ ਤਾਂ ਅਸੀਂ ਤਾਂ ਇਹ ਮਿੱਥ ਕੇ ਚੱਲੇ ਆ, ਇਹ ਬੀੜਾ ਲੈ ਕੇ ਚੱਲੇ ਆ ਵੀ ਸਾਡੇ ਜਵਾਕਾਂ ਦੀਆਂ ਲਾਸ਼ਾਂ ਚੱਕਣ ਨਾਲੋਂ ਬਿਹਤਰ ਹੈ ਅਸੀਂ ਆਪ ਲਾਸ਼ ਬਣ ਜਾਈਏ, ਸਾਨੂੰ ਮਨਜ਼ੂਰ ਹੈ ਇਹ। ਬਿਲਕੁਲ। ਸੋ ਤੁਸੀਂ ਕੀ ਕਹੋਗੇ ਵੀਰੇ, ਕਿਸ ਤਰ੍ਹਾਂ ਦੇਖਦੇ ਹੋ ਜੋ ਕਤਲ ਹੁੰਦਾ ਹੈ? ਮਤਲਬ ਉਹ ਨਸ਼ਾ ਰੋਕ ਰਹੇ ਸੀਗੇ ਪਰ ਨਸ਼ਾ ਤਸਕਰਾਂ ਨੇ ਉਹਨਾਂ ਨੂੰ ਹੀ ਮਾਰਤਾ।
ਹਾਂਜੀ, ਜਿਵੇਂ ਰਾਮ ਜੀ ਨੇ ਬਹਾਦਰ ਜੀ ਨੇ ਬਾਈ ਨੇ ਦੱਸਿਆ ਕਿ ਪਹਿਲਾਂ ਇਹ ਸਰਕਾਰੀ ਜ਼ਿੰਮੇਵਾਰ ਆ, ਸਰਕਾਰ ਇਸ ਚੀਜ਼ ਦੇ ਆਈ ਸੀਗੀ। ਜੇ 92 MLA ਜਿਤਾਇਆ ਤਾਂ ਇਹ ਆਪਾਂ ਕਹਿ ਸਕਦੇ ਹਾਂ ਕਿ ਲੇਡੀਜ਼ ਨੇ ਇਹ ਚੀਜ਼ ਬਹੁਤ ਸੋਚੀ ਸੀ ਕਿ ਨਸ਼ਾ ਪੱਤਾ ਬੰਦ ਹੋ ਜਾਊਗਾ, ਹੈ ਨਾ। ਕਿਉਂਕਿ ਜਿਹੜਾ ਕੋਈ ਵੀ ਨਸ਼ੇ ਪੱਤੇ ਕਰਨ ਵਾਲਾ ਤਾਂ ਘਰੇ ਔਰਤ ਬਹੁਤ ਉਹਦੇ ਨਾਲ ਤੰਗ ਹੁੰਦੀਆਂ, ਮਾਵਾਂ ਤੰਗ ਹੁੰਦੀਆਂ, ਲੇਡੀਜ਼ ਜੇ ਕਿਸੇ ਦਾ ਘਰ ਵਾਲਾ ਕਰਦਾ ਤਾਂ ਉਹ ਤੰਗ ਹੁੰਦੇ ਆ। ਤਾਂ ਔਰਤ ਜੇ ਕਿਸੇ ਦਾ ਮੰਨ ਲਓ ਜੇ ਕੋਈ ਮੂਹਰੇ ਲੀਡਰ ਲੱਗਿਆ ਹੋਇਆ ਉਹ ਕਾਂਗਰਸ ਦਾ ਜਾਂ ਅਕਾਲੀ ਦਾ, ਤਾਂ ਔਰਤਾਂ ਨੇ ਇਹ ਚੋਰਵੋਂ ਵੋਟਾਂ ਪਾਈਆਂ ਕਿ ਅਸੀਂ ਹਾਂ ਵੀ ਤੁਹਾਡੇ ਪਿੱਛੇ ਆ, ਪਰ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਵੋਟ ਪਾਈ। ਸਾਨੂੰ ਸੀਐਮ ਮਾਨ ਤੇ ਬਹੁਤ ਜ਼ਿਆਦਾ ਭਰੋਸਾ ਕਰਕੇ ਇਹ ਚੀਜ਼ ਜਿਹੜੀਆਂ 92 ਸੀਟਾਂ ਮਿਲੀਆਂ, ਕਿਸੇ ਨੇ ਕੋਈ ਨਹੀਂ ਪੁੱਛਿਆ ਵੀ ਕਿਹੜਾ MLA ਖੜਾ ਹੋ ਰਿਹਾ। ਸਿਰਫ ਤਕਰੀਬਨ ਇਹ ਸੀਗਾ ਵੀ ਸੀਐਮ ਮਾਨ ਆ ਤੇ ਆਪਾਂ ਵੋਟ ਪਾਉਣੀ ਆ ਤੇ ਜਿੱਤਣਾ ਤੇ ਆਪਣਾ ਪੰਜਾਬ ਸੁਖਾਲਾ ਹੋ ਜਾਊਗਾ। ਜਿਸ ਦਿਨ ਐਲਾਨ ਹੋਇਆ ਅਸੀਂ ਵੀ ਮੂਹਰੇ ਲੱਗ ਕੇ ਚੱਲੇ ਸੀ। ਜਿਸ ਦਿਨ ਐਲਾਨ ਹੋਇਆ ਵੀ ਸਰਕਾਰ ਬਣ ਗਈ ਤਾਂ ਸਾਨੂੰ ਇਸ ਤਰ੍ਹਾਂ ਹੋਇਆ ਵੀ ਅਸੀਂ ਆਜ਼ਾਦ ਹੋ ਗਏ, ਬੜਾ ਸਾਨੂੰ ਸਕੂਨ ਹੋਇਆ। ਪਰ ਉਹ ਚੀਜ਼ ਨਹੀਂ ਹੋਈ, ਅਸੀਂ ਉਸ ਚੀਜ਼ ਤੋਂ ਨਿਰਾਸ਼ ਹੋ ਗਏ। 1.5 ਸਾਲ ਦੇ ਤਕਰੀਬਨ ਹੋ ਗਿਆ, ਪੌਣੇ 2 ਸਾਲਾਂ ਦੇ। ਤਾਂ ਹੁਣ ਇਹ ਪ੍ਰੋਸੀਜਰ ਬਣਿਆ ਪਿੰਡਾਂ ਦੇ ਵਿੱਚ, ਜਦੋਂ ਮੌਤਾਂ ਹੋਈ ਜਾਂਦੀਆਂ, ਵਾਰ-ਵਾਰ ਮੌਤਾਂ ਹੋਈ ਜਾਂਦੀਆਂ, ਤਾਂ ਹਰੇਕ ਸਮਾਜ ਨੂੰ ਇਹ ਹੋਇਆ ਕਿ ਆਪਾਂ ਆਪ ਉੱਠ ਕੇ ਦੁੱਲੇ ਵਾਲੇ ਤੋਂ ਕੰਮ ਸ਼ੁਰੂ ਹੋਇਆ, ਭਾਈ ਰੂਪੇ ਤੋਂ ਦਿਆਲਪੁਰਾ ਮਿਰਜ਼ਾ ਸਾਡਾ ਪਿੰਡ ਆ। ਅੱਜ ਅਸੀਂ 50-52 ਕਮੇਟੀਆਂ, ਅੱਜ ਅਸੀਂ ਭਾਈ ਕੇ ਦਿਆਲਪੁਰੇ ਵੀ ਕਮੇਟੀ ਬਣਾਉਣ ਜਾਣਾ ਸੀ, ਪਰ ਉਹ ਪ੍ਰੋਗਰਾਮ ਸਾਡਾ ਕੈਂਸਲ ਕਰਨਾ ਪਿਆ ਕਿਉਂਕਿ ਇੱਧਰ ਬਹੁਤ ਵੱਡੀ ਵਾਰਦਾਤ ਹੋ ਗਈ ਤੇ ਸਾਨੂੰ ਆਪ ਨੂੰ ਉੱਠਣਾ ਪਿਆ। ਉੱਠ ਕੇ ਅਸੀਂ ਆਪ ਕਰਨ ਲੱਗਿਆ। ਜੇ ਆ ਕਰਨ ਲੱਗਿਆ ਤਾਂ ਅੱਜ ਇਹ ਚੀਜ਼ ਤੇ ਜਾਣੀ ਕਿ ਅਸੀਂ ਮੁਕਾਮ ਤੇ ਪਹੁੰਚ ਗਏ ਕਿ ਕਤਲ ਹੋਈ ਜਾਂਦਾ। ਜੇ ਕੋਈ ਨਸ਼ਾ ਤਸਕਰ ਜਾਂ ਕੋਈ ਨਸ਼ੇੜੀ ਆ ਉਹਦੇ ਕੰਨੋਂ ਵਾਰ ਕੀਤਾ ਜਾਂਦਾ, ਤਾਂ ਜਿਹੜੇ ਕਿ ਰਾਖੀ ਕਰਨ ਵਾਲਿਆ ਤੇ ਉਹਨਾਂ ਤੇ ਵਾਰ ਕੀਤਾ। ਪਰ ਗੌਰਮੈਂਟ ਹਜੇ ਵੀ ਕੀ ਕਰ ਰਹੀ ਆ, ਸੁੱਤੀ ਪਈ ਆ। ਕਾਰਨ ਕੀ ਆ? ਉਹਦੇ ਵਿੱਚ ਕੁਛ ਨਾ ਕੁਛ ਇਹਨਾਂ ਨੂੰ ਆਪ ਦਾ ਸਿਸਟਮ ਕਰਨਾ ਚਾਹੀਦਾ, ਜਾਂ ਸਾਨੂੰ ਕੋਈ ਮੁਲਾਜ਼ਮ ਜਾਂ ਕੁਛ ਨਾ ਕੁਛ ਉੱਥੇ। ਜੇ ਅਸੀਂ ਮੁਲਾਜ਼ਮਾਂ ਨਾਲ ਗੱਲ ਕਰਦੇ ਤਾਂ ਉਹ ਕਹਿੰਦੇ ਨੇ ਤੁਸੀਂ ਤਲਾਸ਼ੀ ਨਹੀਂ ਲੈ ਸਕਦੇ। ਜੇ ਅਸੀਂ ਤਲਾਸ਼ੀ ਨਹੀਂ ਲੈ ਸਕਦੇ ਫਿਰ ਅਸੀਂ ਉਹਨੂੰ ਨੀਂਦਰੇ ਮਾਰਨ ਦਾ ਕੀ ਫਾਇਦਾ ਉੱਥੇ? ਜੇ ਅਸੀਂ ਉੱਥੇ ਨੀਂਦਰੇ ਮਾਰਨਾ ਤਲਾਸ਼ੀ ਲਵਾਂਗੇ ਨਾ, ਜੇ ਸਾਨੂੰ ਆਇਆ ਵੀ ਇਸ ਚੀਜ਼ ਦੀ ਸਪਲਾਈ ਬੰਦ ਹੋ ਜੇ, ਇਸ ਕਰਕੇ ਖੜ੍ਹੇ ਹਾਂ ਅਸੀਂ, ਲੋਕਾਂ ਨੂੰ ਤੰਗ ਕਰਨ ਵਾਸਤੇ ਨਹੀਂ ਖੜ੍ਹੇ। ਤਾਂ ਉੱਤੋਂ ਸਾਡੇ ਤੇ ਵਾਰ ਕੀਤਾ ਜਾਂਦਾ। ਕਦੇ 2 ਮੌਤਾਂ ਹੋ ਗਈਆਂ ਤਕਰੀਬਨ। ਤਾਂ ਇਹ ਚੀਜ਼ ਦਾ ਕੋਈ ਹੱਲ ਕੀਤਾ ਜਾਵੇ ਗੌਰਮੈਂਟ ਵੱਲੋਂ। ਜੇ ਨਸ਼ਾ ਰੋਕ ਨਹੀਂ ਸਕਦੀ ਤਾਂ ਇਹ ਚੀਜ਼ਾਂ ਤਾਂ ਇਹਨਾਂ ਚੀਜ਼ਾਂ 'ਤੇ ਤਾਂ ਪੂਰੀ ਸਖਤਾਈ ਜਾਣੀ ਕਿ ਕੀਤੀ ਜਾਵੇ ਤੇ ਜਿਹੜੀ ਬਣਦੀ ਸਜ਼ਾ ਉਹ ਤਾਂ ਹੱਕ ਬਣਦਾ ਦਿੱਤੀ ਜਾਵੇ ਨਾ। ਬਾਕੀ ਸਾਨੂੰ ਅੱਜ ਮੈਨੂੰ ਲੱਗਦਾ ਵੀ ਤੀਜੀ ਚੌਥੀ ਵਾਰ ਇੱਥੇ ਫੂਲ ਥਾਣੇ ਦੇ ਵਿੱਚ ਸਾਨੂੰ ਇਕੱਠੇ ਹੋਣਾ ਪਿਆ। ਇਹ ਗੱਲ ਜ਼ਰੂਰ ਆ ਕਿ ਸਾਨੂੰ MLA ਦਾ ਸਾਡੇ ਦਾ ਬਹੁਤ ਸਾਥ ਮਿਲ ਰਿਹਾ। ਬਲਕਾਰ ਸਿੱਧੂ ਜੀ ਵਧੀਆ ਆਪਦਾ ਕਾਰਵਾਈ ਜਿਹੜੀ ਕਰ ਰਹੇ ਨੇ, ਪਰ ਅੱਗੇ ਵੀ ਇਹ ਕੁਛ ਇਸ ਚੀਜ਼ ਤੇ ਸੋਚ ਵਿਚਾਰ ਕੇ ਜੇ ਇਹ ਚੀਜ਼ ਵਾਰਦਾਤ ਹੋਣੀ ਬੰਦ ਹੋ ਜੇ, ਇਹ ਚੀਜ਼ ਸੋਚੀ ਜਾਵੇ। ਜੇ ਵਾਰਦਾਤ ਹੋਣ ਤੋਂ ਬਾਅਦ ਤਾਂ ਸਾਡੀਆਂ ਕਮੇਟੀਆਂ ਵੀ ਇਕੱਠੀਆਂ ਹੋ ਜਾਂਦੀਆਂ, MLA ਸਾਹਿਬ ਵੀ ਆ ਜਾਂਦੇ ਨੇ, ਉਹਨਾਂ ਦੇ PA ਵੀ ਆ ਜਾਂਦੇ ਨੇ, ਸਾਰੇ ਚਲੋ ਠੀਕ ਆ ਕਰਦੇ ਆ। ਪਰ ਜੇ ਆਪਾਂ ਉਸ ਚੀਜ਼ ਨੂੰ ਪਹਿਲਾਂ ਹੀ ਰੋਕਥਾਮਾਂ ਉਹਨਾਂ ਦਾ ਬਣਦਾ ਵੀ ਇਹ ਕੋਈ ਨਾ ਸੋਚ ਵਿਚਾਰ ਕਰਕੇ ਇਹ ਚੀਜ਼ ਤੇ ਪਹਿਲਾਂ ਹੀ ਜਿਹੜੇ ਕਿ ਆਪਣਾ ਲਗਾਮ ਪਾਈ ਜਾਵੇ। ਸੋ ਅੱਗੇ ਗੱਲਬਾਤ ਕਰਦੇ ਹਾਂ। ਕੀ ਕਹੋਗੇ ਤੁਸੀਂ? ਪੰਜਾਬ ਕਿਸਾਨ ਯੂਨੀਅਨ ਜਿੰਦਾਬਾਦ ਹੈ ਨਾ, ਤੁਸੀਂ ਲਿਖਿਆ ਹੋਇਆ ਆਪਣੇ। ਅੱਜ ਜਿਹੜੀ ਮੌਤ ਹੋਈ ਆ, ਤੁਸੀਂ ਕਿਸਾਨ ਆਗੂ ਵੀ ਹੋ, ਇੱਕ ਨੌਜਵਾਨ, ਮਤਲਬ ਇਸ ਚੀਜ਼ਾਂ ਨੂੰ ਕਿਵੇਂ ਦੇਖਦੇ ਜਿਹੜੇ ਕਤਲ ਹੋ ਰਹੇ ਆ? ਭੈਣ ਜੀ, ਇਹਨਾਂ ਚੀਜ਼ਾਂ ਨੂੰ ਇਸ ਕਰਕੇ ਦੇਖਦੇ ਹਾਂ ਕਿ ਅਸੀਂ ਵੀ ਪਿੰਡ ਫੂਲ ਦੇ ਵਿੱਚ ਕਮੇਟੀ ਬਣਾਈ ਹੈ ਤੇ ਲਗਭਗ ਜਿੰਨੀਆਂ ਵੀ ਕਮੇਟੀਆਂ ਬਣੀਆਂ, ਇਹ ਕੋਈ ਇੱਕ ਘਟਨਾ ਨਹੀਂ। ਹਿੰਸਕ ਹਮਲੇ ਹੋਣੇ ਨਿੱਤ ਦਿਨ ਦੀਆਂ ਘਟਨਾਵਾਂ, ਕਿਉਂਕਿ ਜਿਹੜੀਆਂ ਲੋਕਾਂ ਦੇ ਜੇਬਾਂ 'ਚ ਇਹ ਨਜਾਇਜ਼ ਕਮਾਈ ਪੈਂਦੀ ਹੈ ਤੇ ਜਦੋਂ ਇਹਨਾਂ ਦੇ ਧੰਦੇ ਬੰਦ ਹੋਣਗੇ ਤਾਂ ਇਹ ਸੁਭਾਵਿਕ ਗੱਲ ਹੈ ਵੀ ਹਿੰਸਕ ਹੋਣਗੇ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਸਰਕਾਰ ਇਹ ਵਾਅਦੇ ਕਰਕੇ ਆਈ ਹੈ ਕਿ ਥੋੜੇ ਟਾਈਮ ਦੇ ਵਿੱਚ ਅਸੀਂ ਨਸ਼ਾ ਖਤਮ ਕਰ ਦਿਆਂਗੇ, ਪਰ ਨਸ਼ਾ ਖਤਮ ਕਰਨ ਦੇ ਵਿੱਚ ਸਰਕਾਰ ਪ੍ਰਸ਼ਾਸਨ ਇਹ ਫੇਲ ਰਹੇ ਆ। ਬਿਲਕੁਲ ਇਹਨਾਂ ਦਾ ਫੇਲੀਅਰ ਹੈ, ਕਿਉਂਕਿ ਅਸੀਂ ਕਮੇਟੀਆਂ ਕੰਨਿਓ ਪ੍ਰਸ਼ਾਸਨ ਦਾ ਹੀ ਕੰਮ ਕਰ ਰਹੇ ਹਾਂ ਤੇ ਪ੍ਰਸ਼ਾਸਨ ਦੇ ਧਿਆਨ 'ਚ ਹਰ ਗੱਲ ਲਿਆਉਂਦੇ ਹਾਂ। ਸਾਡੇ ਲਿਖਤੀ ਇਹਨਾਂ ਨੂੰ ਮਤਲਬ ਮੈਮੋਰੈਂਡਮ ਦੇਣ ਦੇ ਬਾਵਜੂਦ ਵੀ ਪ੍ਰਸ਼ਾਸਨ ਬਿਲਕੁਲ ਕਾਰਵਾਈ ਨਹੀਂ ਕਰਦਾ। ਜਿਹੜਾ ਬਹੁਤ ਮਾਰੂ ਨਸ਼ਾ ਹੈ, ਮਤਲਬ ਸਿਗਨੇਚਰ ਕੈਪਸੂਲ ਵਗੈਰਾ ਹੈ, ਉਹਨਾਂ ਨੂੰ ਇਹ ਕਹਿ ਦਿੰਦੇ ਆ ਇਹ ਸਾਡੇ ਕਾਨੂੰਨ ਦੇ ਵਿੱਚ ਹੀ ਨਹੀਂ ਆਉਂਦਾ, ਮਤਲਬ ਇਹਦੇ ਉੱਤੇ ਕਾਰਵਾਈ ਨਹੀਂ ਹੋ ਸਕਦੀ। ਉਹਨਾਂ ਬੰਦਿਆਂ ਦੇ ਹੌਸਲੇ ਹੋਰ ਬੁਲੰਦ ਹੋ ਜਾਂਦੇ ਆ ਤੇ ਲਗਭਗ ਸਾਡੇ ਬੰਦੇ ਸ਼ਹੀਦ ਹੋ ਰਹੇ ਆ ਤੇ ਸਾਨੂੰ ਨਿੱਤ ਦਿਨ ਪ੍ਰਸ਼ਾਸਨ ਇਹੀ ਡਾਇਰੈਕਸ਼ਨਾਂ ਦਿੰਦਾ ਤੁਸੀਂ ਹਿੰਸਕ ਨਹੀਂ ਹੋਣਾ, ਤੁਸੀਂ ਲੜਾਈ ਪੜਾਈ ਨਹੀਂ ਕਰਨੀ। ਭੈਣ ਜੀ, ਇੱਕ ਆਮ ਸੁਭਾਵਿਕ ਗੱਲ ਹੈ ਵੀ ਜਦੋਂ ਕੋਈ ਬੰਦਾ ਹਿੰਸਕ ਹੋਊਗਾ, ਮਾਰੂ ਹਥਿਆਰ ਨਾਲ ਹਮਲਾ ਕਰੂਗਾ। ਆਹ ਤਾਂ ਹੁਣ ਤਾਜ਼ੀ ਉਦਾਹਰਨ ਹੈ ਕਿ ਇਹ ਲੋਕਾਂ ਵਾਸਤੇ ਚਾਹੇ ਕਾਮ ਮੌਤ ਹੋਵੇ, ਪਰ ਸਾਡਾ ਉਹ ਸ਼ਹੀਦ ਹੈ, ਯੋਧਾ ਬੰਦਾ ਹੈ, ਕਿਉਂਕਿ ਉਹਦੇ ਬੱਚੇ ਵੀ ਛੋਟੇ ਸੀ, ਆਮ ਪਰਿਵਾਰ ਦੇ ਵਿੱਚੋਂ ਹੈ। ਕੋਈ ਇਸ ਚਿੱਟੇ ਦਾ ਜਾਂ ਨਸ਼ੇ ਦਾ ਅਸਰ ਇਕੱਲੇ ਉਹਨਾਂ ਦੇ ਉੱਤੇ ਨਹੀਂ ਸੀ। ਤੇ ਮਤਲਬ ਭੈਣ ਜੀ, ਸਾਡੀਆਂ ਜਥੇਬੰਦੀਆਂ ਕੰਨਿਓ ਸਾਨੂੰ ਹਦਾਇਤ ਹੈ ਕਿ ਅਸੀਂ ਇਹਨਾਂ ਕਾਰਜਾਂ ਦੇ ਵਿੱਚ ਕਮੇਟੀਆਂ ਦਾ ਡਟ ਕੇ ਸਹਿਯੋਗ ਕਰਾਂਗੇ ਔਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜੇ ਕਮੇਟੀਆਂ ਦੀ ਮੰਗ ਦੇ ਉੱਤੇ ਤੁਸੀਂ ਪਰਚੇ ਨਹੀਂ ਦਰਜ ਕਰਨੇ, ਤੁਸੀਂ ਬੰਦੇ ਨਹੀਂ ਫੜਨੇ, ਤਾਂ ਫਿਰ ਤੁਹਾਡੇ ਇੱਥੇ ਤੁਸੀਂ ਹੱਥ ਖੜੇ ਕਰ ਦਿਓ, ਲੋਕ ਆਪੇ ਨਜਿੱਠ ਲੈਣਗੇ।
ਪਰ ਇਸ ਗੱਲ ਦਾ ਬਹੁਤ ਦੁੱਖ ਹੈ। ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਦੇ ਪ੍ਰਤੀ ਥੋੜਾ ਜਿਹਾ ਸਹਿਰਦ ਹੋ ਕੇ ਫੈਸਲਾ ਲੈਣ, ਨਹੀਂ ਲੋਕ ਸੜਕਾਂ ਤੇ ਆਉਣਗੇ, ਇਸ ਉੱਥੋਂ ਰੋਕੇ ਨਹੀਂ ਜਾਣੇ।